ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 130 ਤੇ ਹੇਠੋਂ ਦੂਸਰੀ ਪੰਕਤੀ ਹੈ। ਪਹਿਲੋਂ ਲੱਲੇ ਨੂੰ ਹੋੜਾ ਬਿੰਦੀ, ਪਹਿਲੋਂ ਦੇ ਤੈਂ ਰਿਜ਼ਕ ਸਮਾਹ। ਇਹਨੂੰ ਰਿਜ਼ਕ ਨਹੀਂ ਪੜ੍ਹਨਾ, ਇਹ ਫਾਰਸੀ ਦਾ ਸ਼ਬਦ ਹੈ ਅਤੇ ਫਾਰਸੀ ਦਾ ਉਚਾਰਨ ਹੈ ਰਿਜ਼ਕ। ਜੱਜੇ ਦੇ ਪੈਰ 'ਚ ਬਿੰਦੀ, ਜੋ ਆਪਣਾ ਖਾਣ ਪੀਣ ਦੀਆਂ ਵਸਤੂਆਂ ਨੇ ਉਹਨਾਂ ਰਿਜ਼ਕ ਕਹਿੰਦੇ ਨੇ। ਪਹਿਲੋਂ ਦੇ ਤੈਂ ਰਿਜ਼ਕ ਸਮਾਹ, ਪਿੱਛੋਂ ਦੇ ਤੈਂ ਜੰਤ ਉਪਾਹ। ਤੁਧ ਜੇਵੜ ਦਾਤਾ ਅਵਰ ਨ ਸੁਆਮੀ, ਲਵੈ ਨ ਕੋਈ ਲਾਵੜਿਓ। ਪਹਿਲੋਂ ਦੇ ਤੈਂ ਰਿਜ਼ਕ ਸਮਾਹ, ਪਹਿਲਾਂ ਤੂੰ ਰਿਜ਼ਕ ਦਾ ਪ੍ਰਬੰਧ ਕਰਦਾ ਹੈ ਵੀ ਜਿਸ ਜੀਵ ਨੂੰ ਮੈਂ ਪੈਦਾ ਕਰ ਲਗਾ ਉਹ ਖਾਏਗਾ ਕੀ, ਉਹਦੇ ਖਾਣ ਪੀਣ ਦਾ ਪਹਿਲਾਂ ਪ੍ਰਬੰਧ ਕਰਦਾ। ਪਿੱਛੋਂ ਦੇ ਤੈਂ ਜੰਤ ਪਾਹ, ਪਿੱਛੋਂ ਫਿਰ ਤੂੰ ਜੀਵ ਪੈਦਾ ਕਰਦਾ। ਪਹਿਲਾਂ ਜੀਵ ਦੇ ਖਾਣ ਪੀਣ ਦਾ ਪ੍ਰਬੰਧ ਕਰਦਾ ਹੈ, ਪਿੱਛੋਂ ਜੀਵ ਪੈਦਾ ਕਰਦਾ ਹੈ। ਇੱਕ ਬੱਚਾ ਸੀ, ਛੋਟੀ ਉਮਰ ਦੇ ਵਿੱਚ ਹੀ ਮਾਂ ਪਿਓ ਨੂੰ ਡੇਰੇ ਛੱਡੇ, ਚਲੋ ਉੱਥੇ ਵਿੱਦਿਆ ਪ੍ਰਾਪਤ ਕਰਦਾ ਰਿਹਾ। ਜਦੋਂ ਦੇ ਗੁਰੂ ਨੇ ਦੇਖਿਆ ਵੀ ਜਿੰਨੀ ਮੈਂ ਵਿੱਦਿਆ ਨੂੰ ਦੇਣੀ ਸੀ ਉਹ ਮੈਂ ਦੇ ਦਿੱਤੀ ਹੈ, ਫਿਰ ਉਹਨੂੰ ਮੰਗਣ ਲਈ ਭੇਜਿਆ ਵੀ ਤਾਂ ਜਿਹਦੀ ਸੰਗ ਲੈ ਜੇ, ਇਹਦੇ ਅੰਦਰ ਹਉਮੈ ਨਾ ਰਹੇ। ਗੁਥਲੀ ਜੀ ਜਿਹੜੀ ਮੋਢੇ 'ਤੇ ਟੰਗੀ ਸੀ ਥੈਲਾ, ਉਹ ਦੇ ਤਾ ਅਤੇ ਹੁਕਮ ਹੋਇਆ ਕਿ ਜਿਹੜੇ ਜਿਸ ਘਰ ਦਾ ਦਰਵਾਜ਼ਾ ਖੁੱਲ੍ਹਾ ਹੋਵੇ ਉੱਥੇ ਜਾ ਕੇ ਤੂੰ ਮੰਗਣਾ, ਦਰਵਾਜ਼ਾ ਖੜਕਾਉਣਾ ਨਹੀਂ ਹੈ। ਜਿਨ੍ਹਾਂ ਨੇ ਭਿਖਿਆ ਦੇਣੀ ਹੋਏਗੀ ਨਾ, ਉਹ ਪਹਿਲੇ ਦਰਵਾਜ਼ਾ ਖੋਲ੍ਹ ਕੇ ਰੱਖਣਗੇ। ਤੁਰ ਪਿਆ ਜੀ, ਇੱਕ ਦਰਵਾਜ਼ਾ ਖੁੱਲ੍ਹਾ ਸੀ, ਆਵਾਜ਼ ਮਾਰੀ ਜਿਵੇਂ ਅਲੱਖ ਨਿਰੰਜਨ ਆਪਾਂ ਕਹਿੰਦੇ। ਇੱਕ ਨੌਜਵਾਨ ਲੜਕੀ ਭਿੱਖਿਆ ਲੈ ਕੇ ਆਈ ਹੈ। ਉਸ ਨੇ ਪਹਿਲੀ ਵਾਰ ਔਰਤ ਵੇਖੀ ਸੀ, ਮੁੰਡੇ ਨੇ, ਡੇਰੇ 'ਚ ਕੋਈ ਔਰਤ ਹੀ ਨਹੀਂ ਸੀ। ਪਹਿਲੀ ਵਾਰੀ ਔਰਤ ਵੇਖੀ ਅਤੇ ਬੜਾ ਹੈਰਾਨ ਹੈ ਕਿ ਜਿਵੇਂ ਮੇਰਾ ਸਰੀਰ ਹੈ ਇਹਦਾ ਉਹੋ ਜਿਹਾ ਨਹੀਂ ਹੈ, ਵੀ ਇਹਦੀ ਛਾਤੀ ਅੱਗੇ ਨੂੰ ਵਧੀ ਹੋਈ ਹੈ, ਮੇਰੀ ਤਾਂ ਵਧੀ ਨਹੀਂ ਹੈ। ਉਹ ਐਂ ਹੀ ਦੇਖੀ ਜਾ ਰਿਹਾ ਹੈ। ਲੜਕੀ ਸ਼ਰਮਾ ਗਈ ਅਤੇ ਮਾਂ ਨੂੰ ਜਾ ਕੇ ਕਹਿੰਦੀ ਉਹ ਮੁੰਡਾ ਮੇਰੇ ਵੱਲ ਹੀ ਵੇਖੀ ਜਾ ਰਿਹਾ ਹੈ। ਮਾਂ ਸਮਝ ਗਈ, ਕਹਿੰਦੀ ਕੋਈ ਨਹੀਂ, ਮੈਂ ਜਾਣੀ। ਗਏ, ਹਾਂ, ਕਹਿੰਦੇ ਮਹਾਤਮਾ ਜੀ ਤੁਸੀਂ ਕੋਈ ਪੁੱਛਣਾ? ਕਹਿੰਦੇ ਹਾਂ ਜੀ, ਮੈਂ ਇਹ ਪੁੱਛਣਾ ਕਿ ਜਿਹੋ ਜਿਹਾ ਮੇਰਾ ਸਰੀਰ ਹੈ ਉਹੋ ਜਿਹਾ ਤੁਹਾਡਾ ਕਿਉਂ ਨਹੀਂ? ਉਹ ਸਮਝ ਗਈ। ਕਹਿੰਦੇ ਬੇਟਾ, ਤੇਰੇ ਪੈਦਾ ਹੋਣ ਤੋਂ ਪਹਿਲਾਂ ਪਰਮਾਤਮਾ ਨੇ ਤੇਰੀ ਮਾਂ ਦੀ ਛਾਤੀ ਦੇ ਵਿੱਚ ਦੁੱਧ ਪੈਦਾ ਕਰ ਦਿੱਤਾ ਸੀ ਵੀ ਜੇ ਤੂੰ ਪੈਦਾ ਹੋਏਗਾ ਉਹ ਦੁੱਧ ਪੀ ਸਕੇਗਾ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਕਿ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਪਰਮਾਤਮਾ ਨੇ ਮੇਰੇ ਪੀਣ ਲਈ ਦੁੱਧ ਦਾ ਪ੍ਰਬੰਧ ਕਰ ਦਿੱਤਾ ਸੀ? ਉਹਦੀ ਮਾਂ ਕਹਿੰਦੀ ਹਾਂ। ਕਹਿੰਦਾ ਫੇਰ ਨਹੀਂ ਮੈਂ ਪਿੱਛੇ ਲੈਣੀ। ਐਂ ਚਲਿਆ ਗਿਆ। ਉਹਦਾ ਗੁਰੂ ਬੈਠਾ, ਹੋਰ ਚੇਲੇ ਬੈਠਣ। ਉਹ ਖਾਲੀ ਥੈਲਾ ਜਾ ਕੇ ਉਹਦੇ ਪੈਰਾਂ 'ਤੇ ਸੁੱਟਦਾ। ਕਹਿੰਦਾ ਜੋ ਅਸਲੀ ਗਿਆਨ ਸੀ ਉਹ ਤਾਂ ਮੈਨੂੰ ਤੁਸੀਂ ਇੰਨੇ ਸਾਲਾਂ 'ਚ ਦਿੱਤਾ ਹੀ ਨਹੀਂ। ਮੈਂ ਨਹੀਂ ਭਿੱਖਿਆ ਮੰਗਦਾ। ਉਹ ਕਹਿੰਦੇ ਪਹਿਲੇ ਦਿਨ ਹੀ ਤੈਨੂੰ ਕੀ ਹੋ ਗਿਆ? ਕਹਿੰਦੇ ਤੁਸੀਂ ਮੈਨੂੰ ਇਹ ਤਾਂ ਦੱਸੇ ਹੀ ਨਹੀਂ
ਕਿ ਪਰਮਾਤਮਾ ਨੇ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੇ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ ਸੀ। ਇਹ ਤੁਸੀਂ ਮੈਨੂੰ ਦੱਸਿਆ ਨਹੀਂ। ਇਸ ਲਈ ਜਦੋਂ ਪਰਮਾਤਮਾ ਨੇ ਮੇਰੇ ਖਾਣ ਪੀਣ ਦਾ ਪ੍ਰਬੰਧ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਕਰਤਾ ਸੀ, ਫਿਰ ਮੈਂ ਕਿਉਂ ਮੰਗਣ ਜਾਵਾਂ? ਮੈਂ ਨਹੀਂ ਜਾਂਦਾ ਮੰਗਣ। ਕਹਿੰਦਾ ਮੈਂ ਨਹੀਂ ਅੱਗੇ ਤੋਂ ਮੰਗਣ ਜਾਣਾ। ਹੁਣ ਇੰਨਾ ਵਿਸ਼ਵਾਸ ਸੀ, ਬਸ ਫਿਰ ਆਪਣੇ ਥਾਂ 'ਤੇ ਬੈਠ ਗਏ। ਕਹਿੰਦਾ ਜਿਸ ਪਰਮਾਤਮਾ ਨੇ ਮੇਰੇ ਪੈਦਾ ਹੋਣ ਤੋਂ ਪਹਿਲਾਂ ਮੇਰੇ ਖਾਣ ਪੀਣ ਦਾ ਪ੍ਰਬੰਧ ਕਰ ਦਿੱਤਾ ਸੀ, ਉਹ ਹੁਣ ਕਿਉਂ ਨਹੀਂ ਮੈਨੂੰ ਦੇਵੇਗਾ? ਉਹ ਹੁਣ ਕਿਉਂ ਨਹੀਂ ਦੇਵੇਗਾ? ਅਤੇ ਇਸ ਵਿਸ਼ਵਾਸ ਨਾਲ ਬਹਿ ਗਿਆ ਅਤੇ ਫਿਰ ਬੈਠਾ ਰਿਹਾ ਅਤੇ ਫਿਰ ਸਭ ਕੁਛ ਹੋ ਗਿਆ। ਇਸ ਲਈ ਗੁਰਬਾਣੀ ਕਹਿੰਦੀ ਪਹਿਲੋਂ ਦੇ ਤੈਂ ਰਿਜ਼ਕ ਸਮਾਹ। ਪਹਿਲਾਂ ਤੂੰ ਰਿਜ਼ਕ ਪਹੁੰਚਾਇਆ, ਸਮਾਹ ਮੈਨੇ ਪਹੁੰਚਾਇਆ। ਪਿੱਛੋਂ ਦੇ ਤੈਂ ਜੰਤ ਪਾਹ। ਪਹਿਲਾਂ ਰਿਜ਼ਕ ਦਾ ਪ੍ਰਬੰਧ ਕਰਕੇ ਫਿਰ ਤੂੰ ਜੀਵ ਨੂੰ ਪੈਦਾ ਕੀਤਾ। ਸਾਨੂੰ ਵੀ ਬੱਚੇ ਤਾਂ ਹੀ ਪੈਦਾ ਕਰਨੇ ਚਾਹੀਦੇ ਨੇ ਜਿਹਨਾਂ ਦੇ ਖਾਣ ਪੀਣ ਦਾ ਸਾਡੇ ਕੋਲ ਪ੍ਰਬੰਧ ਹੈ। ਅਤੇ ਜੇ ਸਾਨੂੰ ਆਪ ਨੂੰ ਖਾਣ ਨੂੰ ਕੁਛ ਨਹੀਂ ਮਿਲਦਾ ਤਾਂ ਉਹਨਾਂ ਨੂੰ ਜੰਮ ਕੇ ਕੀ ਕਰਾਂਗੇ? ਉਹਨਾਂ ਨੂੰ ਜੰਮ ਕੇ ਕਰਾਂਗੇ? ਪਰ ਨਹੀਂ, ਗਰੀਬ ਤਬਕਾ ਵੀ ਜ਼ਿਆਦਾ ਜਵਾਕ ਜੰਮੀ ਜਾ ਰਿਹਾ ਹੈ। ਖਾਣ ਪੀਣ ਦਾ ਪ੍ਰਬੰਧ ਹੀ ਉਹਨਾਂ ਕੋਲ ਕੋਈ ਨਹੀਂ ਹੈ। ਤੁਧ ਜੇਵੜ ਦਾਤਾ ਅਵਰ ਨ ਸੁਆਮੀ। ਹੇ ਪਰਮਾਤਮਾ, ਤੇਰੇ ਜਿੱਡਾ ਵੱਡਾ ਦਾਤਾ, ਤੇਰੇ ਜਿੱਡਾ ਵੱਡਾ ਸੁਆਮੀ ਲਵੇ ਨਾ ਕੋਈ ਲਾਵਣੇ, ਹੋਰ ਕੋਈ ਹੈ ਹੀ ਨਹੀਂ। ਤੇਰੇ ਬਰਾਬਰ ਦਾ ਦਾਤਾ, ਤੇਰੇ ਬਰਾਬਰ ਦਾ ਸੁਆਮੀ ਹੋਰ ਕੋਈ ਹੈ ਹੀ ਨਹੀਂ ਹੈ। ਜਿਸ ਤੂੰ ਤੁਠਾ ਸੋ ਤੁਧ ਧਿਆਏ, ਸਾਧ ਜਨਾ ਕਾ ਮੰਤਰ ਕਮਾਏ। ਆਪ ਧਰੈ ਸਗਲੇ ਕੁਲ ਤਾਰੇ, ਤਿਸ ਦਰਗਾਹ ਠਾਕ ਨ ਪਾਵਣੇ। ਜਿਸ ਤੂੰ ਤੁਠਾ, ਤੁਠਾ ਦਾ ਪ੍ਰਸੰਨ ਹੋਣਾ। ਹੇ ਪ੍ਰਭੁਦਾ, ਜਿਸ ਤੇ ਤੂੰ ਪ੍ਰਸੰਨ ਹੁੰਦਾ ਹੈ ਸੋ ਤੁਧ ਧਿਆਏ, ਉਹੀ ਤੇਰਾ ਨਾਮ ਜਪਦਾ। ਸੋ ਜੇ ਆਪਾਂ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਤਾਂ ਮਤਲਬ ਪਰਮਾਤਮਾ ਸਾਡੇ 'ਤੇ ਖੁਸ਼ ਹੈ ਤਾਂ ਅਸੀਂ ਜਪਦੇ ਹਾਂ। ਹੇ ਪ੍ਰਭਾ, ਜਿਸ 'ਤੇ ਤੂੰ ਖੁਸ਼ ਹੁੰਦਾ ਹੈ ਸੋ ਤੁਧ ਧਿਆਏ, ਉਹੀ ਤੈਨੂੰ ਧਿਆਉਂਦਾ। ਸਾਧ ਜਨਾ ਕਾ ਮੰਤਰ ਕਮਾਏ। ਮੰਤਰ ਹੁੰਦਾ ਉਪਦੇਸ਼, ਅਤੇ ਸਾਧੂ ਜਨ ਜੋ ਉਪਦੇਸ਼ ਦਿੰਦੇ ਨੇ ਉਹਦੀ ਉਹ ਕਮਾਈ ਕਰਦਾ ਹੈ। ਭਾਵ ਉਪਦੇਸ਼ ਦੇ ਅਨੁਸਾਰ ਜੀਵਨ ਜਿਉਂਦਾ ਹੈ। ਫਿਰ ਇਹੋ ਜਿਹਾ ਬੰਦਾ ਜਿਹੜਾ ਜੋ ਸਾਧੂ ਨੇ ਉਪਦੇਸ਼ ਦਿੱਤਾ ਹੈ ਉਹਦੇ ਅਨੁਸਾਰ ਜੀਵਨ ਜਿਉਂਦਾ ਹੈ। ਆਪ ਧਰੈ, ਉਹ ਆਪ ਧਰਦਾ। ਸਗਲੇ ਕੁਲ ਤਾਰੇ, ਸਾਰੀਆਂ ਕੁਲਾਂ ਨੂੰ ਉਤਾਰ ਲੈਂਦਾ ਹੈ। ਤਿਸ ਦਰਗਾਹ ਠਾਕ ਨਾ ਪਾਵਣੇ। ਦਰਗਾਹ ਫਾਰਸੀ ਦਾ ਸ਼ਬਦ ਹੈ। ਇਹਨੂੰ ਦਰਗਾਹ ਨਹੀਂ ਪੜ੍ਹਨਾ, ਹਿੰਦੀ ਪੰਜਾਬੀ ਤਰ੍ਹਾਂ ਨਹੀਂ ਪੜ੍ਹਨਾ। ਹਿੰਦੀ ਪੰਜਾਬੀ ਦਾ ਅਸੂਲ ਹੈ ਕਿ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਤਾਂ ਉਸੇ ਦਲਾਵਾਂ ਲਾ ਕੇ ਬੋਲੀ ਦੀਆਂ। ਆਮ ਇਸ ਨੂੰ ਦਰਗਾਹ ਪੜ੍ਹਦੇ ਨੇ, ਕਿਉਂ ਕਈ ਵਾਰੀ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜਿਹੜਾ ਸ਼ਬਦ ਹੈ ਉਹ ਕਿਸ ਭਾਸ਼ਾ ਦਾ ਹੈ। ਜਿਸ ਭਾਸ਼ਾ ਦਾ ਸ਼ਬਦ ਹੋਵੇ ਉਹਦੇ ਅਨੁਸਾਰ ਹੀ ਉਸ ਦਾ ਉਚਾਰਨ ਕਰਨਾ ਬਣਦਾ ਹੈ। ਅਤੇ ਸ਼ਬਦ ਹੈ ਫਾਰਸੀ ਦਾ, ਅਤੇ ਫਾਰਸੀ ਜਿਹਦਾ ਉਚਾਰਨ ਹੈ ਦਰਗਾਹ, ਇਸ ਲਈ ਨੂੰ ਬੋਲੇ ਦਰਗਾਹ। ਤਿਸ ਦਰਗਾਹ ਠਾਕ ਨਾ ਪਾਵਨੇ। ਠਾਕ ਹੁੰਦਾ ਰੋਕ, ਉਹਨੂੰ ਪਰਮਾਤਮਾ ਦੀ ਦਰਗਾਹ 'ਚ ਕੋਈ ਰੋਕਦਾ ਨਹੀਂ ਹੈ। ਕੋਈ ਰੋਕ ਨਹੀਂ ਪਾਉਂਦਾ, ਤੁਸੀਂ ਜਾ ਨਹੀਂ ਸਕਦੇ ਉੱਥੇ, ਉਸ 'ਤੇ ਪਰਮਾਤਮਾ ਦੀ ਦਰਗਾਹ ਜਾਂਦਾ ਹੈ। ਸੋ ਆ ਸਾਰੀ ਗੁਰਬਾਣੀ ਸਾਧ ਜਨਾਂ ਦਾ ਮੰਤਰ ਹੈ। ਇਹ ਗੁਰੂਆਂ ਦਾ ਉਪਦੇਸ਼ ਹੈ, ਭਗਤਾਂ ਦਾ ਉਪਦੇਸ਼ ਹੈ। ਜਿਹੜਾ ਬੰਦਾ ਇਸ ਦੀ ਕਮਾਈ ਕਰਦਾ ਹੈ,
ਭਾਵ ਜਿਹੜਾ ਬੰਦਾ ਗੁਰਬਾਣੀ ਅਨੁਸਾਰ ਜੀਵਨ ਜਿਉਂਦਾ ਹੈ ਉਹ ਆਪ ਵੀ ਤਰਦਾ ਅਤੇ ਆਪਣੇ ਕੁਲਾਂ ਨੂੰ ਵੀ ਤਾਰ ਲੈਂਦਾ ਅਤੇ ਸਿੱਧੇ ਹੀ ਸੱਚਖੰਡ ਨੂੰ ਜਾਂਦਾ। ਕੋਈ ਰਾਹ 'ਚ ਰੁਕਾਵਟ ਹੀ ਕੋਈ ਨਹੀਂ ਹੈ। ਅੱਗੇ ਕਹਿੰਦੇ ਤੂੰ ਵੱਡਾ ਤੂੰ ਉੱਚੋ ਉੱਚਾ। ਇਹਨੂੰ ਉੱਚੋ ਉੱਚਾ ਨਹੀਂ ਪੜ੍ਹਨਾ। ਇਹ ਹਿੰਦੀ ਦਾ ਸ਼ਬਦ ਹੈ ਅਤੇ ਹਿੰਦੀ ਜਿਹਦਾ ਉਚਾਰਨ ਹੈ ਉੱਚੋ ਉੱਚਾ। ਪੰਜਾਬੀ 'ਚ ਹੈਗਾ ਉੱਚਾ, ਹਿੰਦੀ 'ਚ ਹੁੰਦਾ ਉੱਚਾ। ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਅਤ ਮੁੱਚੋ ਮੁੱਚਾ। ਹੋਂ ਕੁਰਬਾਣੀ ਤੇਰੇ ਵੰਝਾਂ, ਨਾਨਕ ਦਾਸ ਦਸਾਵਣੇ। ਤੂੰ ਵੱਡਾ, ਹੇ ਪਰਮਾਤਮਾ ਤੂੰ ਬਹੁਤ ਵੱਡਾ ਹੈ। ਤੂੰ ਉੱਚੋ ਉੱਚਾ, ਤੂੰ ਬਹੁਤ ਉੱਚਾ ਹੈ। ਤੂੰ ਬੇਅੰਤ ਹੈ। ਅਤ ਮੁੱਚੋ ਮੁੱਚਾ। ਮੁੱਚਾ ਵੈਸੇ ਮੋਟੇ ਨੂੰ ਕਹਿੰਦੇ ਨੇ। ਇਹ ਤਾਂ ਇਸ ਤਰ੍ਹਾਂ ਮੋਟਾ ਨਹੀਂ ਸਮਝਣਾ ਵੀ ਪਰਮਾਤਮਾ 3 ਫੁੱਟ ਮੋਟਾ, ਕੋਈ 4 ਫੁੱਟ ਮੋਟਾ ਹੈ। ਭਾਵ ਬਹੁਤ ਮਹਾਨ ਹੈ। ਇਹ ਮਹਾਨਤਾ ਦੱਸੀ ਉਸਦੀ। ਇੱਥੇ ਉੱਚੇ ਤੋਂ ਮਤਲਬ ਇਹ ਨਹੀਂ ਕਿ ਪਰਮਾਤਮਾ ਦਾ 20 ਫੁੱਟ ਉੱਚਾ ਜਾਂ 30 ਫੁੱਟ ਉੱਚਾ ਹੈ। ਇੱਥੇ ਉਹਦੀ ਹਾਈਟ ਨਹੀਂ ਦੱਸੀ, ਉਹਦੇ ਗੁਣ ਦੱਸੇ ਨੇ ਵੀ ਤੂੰ ਗੁਣਾਂ 'ਚ ਬਹੁਤ ਉੱਚਾ ਹੈ, ਤੇਰਾ ਕੋਈ ਅੰਤ ਹੀ ਨਹੀਂ, ਤੂੰ ਬੇਅੰਤ ਹੈ। ਤੂੰ ਗੁਣਾਂ 'ਚ ਬਹੁਤ ਭਾਰਾ ਹੈ। ਹੋਂ ਕੁਰਬਾਨੀ ਤੇਰੇ ਵੰਝਾਂ ਦਾ ਜਾਂਦਾ ਹਾਂ। ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ। ਨਾਨਕ ਦਾਸ ਦਸਾਵਣਿਆ। ਕਹਿੰਦੇ ਮੈਂ ਤੇ ਦਾਸਾਂ ਦਾ ਦਾਸ ਹਾਂ। ਗੁਰੂ ਕਹਿੰਦੇ ਹੇ ਪ੍ਰਭੂ ਮੈਂ ਤਾਂ ਤੇਰੇ ਦਾਸਾਂ ਦਾ ਦਾਸ ਹਾਂ। ਮਾਝ ਮਹਿਲਾ ਪੰਜਵਾਂ। ਪੰਚਮ ਪਾਤਸ਼ਾਹ ਕਹਿੰਦੇ ਕੌਣ ਸੋ ਮੁਕਤਾ, ਕੌਣ ਸੋ ਜੁਗਤਾ, ਕੌਣ ਸੋ ਗਿਆਨੀ, ਕੌਣ ਸੋ ਭਗਤਾ, ਕੌਣ ਸੋ ਗ੍ਰਹੀ। ਇਹਨੂੰ ਗਿਰਹੀ ਨਹੀਂ ਪੜ੍ਹ ਦੇਣਾ, ਇਹਨੂੰ ਗਿਰਹੀ ਨਹੀਂ ਪੜ੍ਹਨਾ। ਗੱਗੇ ਦੇ ਪੈਰ 'ਚ ਰਾਰਾ ਲਾ ਕੇ ਪੜ੍ਹਨਾ। ਜਦੋਂ ਗੱਗੇ ਦੇ ਪੈਰ 'ਚ ਰਾਰਾ ਲੱਗ ਗਿਆ ਤਾਂ ਫਿਰ ਗੱਗੇ ਦੀ ਸੈਰੀ ਕਿਸ ਨੂੰ ਬੋਲੇਗੀ? ਰਾਰੇ ਨੂੰ। ਫਿਰ ਗੱਗਾ ਰਾਰੇ ਨੂੰ ਸੈਰੀ ਹਾਹਨ ਬੈਰੀ ਗ੍ਰਹੀ। ਗ੍ਰਸਥੀ ਨੂੰ ਕਹਿੰਦੇ ਨੇ। ਜਿਹੜਾ ਵਿਆਹਿਆ ਵਰਿਆ ਹੋਵੇ ਉਹਨੂੰ ਕਹਿੰਦੇ ਗ੍ਰਸਥੀ, ਉਹਨੂੰ ਕਹਿੰਦੇ ਗ੍ਰਹੀ। ਗ੍ਰਹਿ ਘਰ ਨੂੰ ਕਹਿੰਦੇ ਨੇ। ਹਿੰਦੀ 'ਚ ਘਰ ਨੂੰ ਕੀ ਕਹਿੰਦੇ ਨੇ? ਗ੍ਰਹਿ। ਅਤੇ ਗ੍ਰਹਿ ਤੋਂ ਬੜੇ ਗ੍ਰਸਥੀ। ਸੋ ਇਸ ਨੂੰ ਗਿਰਹੀ ਨਹੀਂ ਪੜ੍ਹਨਾ, ਗ੍ਰਹੀ। ਕੌਣ ਸੋ ਗ੍ਰਹੀ, ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਓ। ਕਹਿੰਦੇ ਕੌਣ ਸੋ ਮੁਕਤ। ਕੌਣ ਮੁਕਤ ਹੈ? ਵੀ ਜੰਮਣ ਮਰਨ ਤੋਂ ਰਹਿਤ ਕੌਣ ਹੈ? ਮੋਹ ਮਾਇਆ ਤੋਂ ਮੁਕਤ ਕੌਣ ਹੈ? ਕੌਣ ਸੋ ਜੁਗਤ। ਅਤੇ ਕਿਹੜਾ ਰੱਬ ਨਾਲ ਜੁੜਿਆ ਹੋਇਆ ਹੈ? ਕਿਹੜਾ ਮੋਹ ਮਾਇਆ ਤੋਂ ਮੁਕਤ ਹੈ ਅਤੇ ਕਿਹੜਾ ਰੱਬ ਨਾਲ ਜੁੜਿਆ ਹੋਇਆ ਹੈ? ਕੌਣ ਸੋ ਗਿਆਨੀ। ਕਿਹੜਾ ਗਿਆਨੀ ਹੈ? ਕੌਣ ਸੋ ਭਗਤਾ। ਅਤੇ ਕੌਣ ਪਰਮਾਤਮਾ ਦਾ ਨਾਮ ਜਪਦਾ? ਭਗਤਾਂ ਦਾ ਬੋਲਣ ਵਾਲਾ। ਵਕਤਾ ਜਿਹਨੂੰ ਹਿੰਦੀ ਕਹਿੰਦੇ ਵਕਤਾ। ਬਕ ਅੜ ਕੇ ਬਕ ਕੁਛ ਵੀ ਬੋਲ। ਵਕਤਾ ਬੋਲਣ ਵਾਲਾ, ਪਰਮਾਤਮਾ ਨਾਮ ਜਪਣ ਵਾਲਾ। ਕੌਣ ਹੈ ਉਹ? ਕੌਣ ਸੋ ਗ੍ਰਹੀ। ਕੌਣ ਗ੍ਰਸਥੀ ਹੈ, ਕੌਣ ਉਦਾਸੀ, ਅਤੇ ਕੌਣ ਮੋਹ ਮਾਇਆ ਤੋਂ ਨਿਰਲੇਪ ਹੈ। ਉਦਾਸੀ ਉਹ ਹੁੰਦਾ ਜਿਹੜਾ ਮੋਹ ਮਾਇਆ ਤੋਂ ਨਿਰਲੇਪ ਹੋਵੇ। ਕੌਣ ਸੋ ਕੀਮਤ ਪਾਏ ਜੀਓ। ਅਤੇ ਕਿਹੜਾ ਹੈ ਜਿਹੜਾ ਤੇਰੀ ਕੀਮਤ ਪਾ ਸਕੇ। ਇਹ ਅੱਗੇ ਪ੍ਰਸ਼ਨ ਚੱਲ ਰਹੇ ਨੇ। ਕਿਨ ਬਿਧ ਬੰਧ, ਕਿਨ ਬਿਧ ਛੂਟਾ। ਇਹਨੂੰ ਬਾਧਾ ਨਹੀਂ ਪੜ੍ਹਨਾ। ਬਾਧਾ ਰੁਕਾਵਟ ਹੁੰਦੀ ਹੈ। ਕਈ ਲਿਖਿਆ ਹੁੰਦਾ ਟੀ ਵੀ 'ਤੇ ਬਾਧਾ ਕੇ ਲੀਏ ਖੇਦ ਹੈ। ਕਈ ਪ੍ਰੋ ਚੱਲਦਾ ਚੱਲਦਾ ਰੁਕ ਜਾਂਦਾ ਵਿੱਚ। ਬਾਧਾ ਰੁਕਾਵਟ ਨੂੰ ਕਹਿੰਦੇ ਨੇ। ਬੰਦ ਹਿੰਦੀ ਦਾ ਸ਼ਬਦ ਹੈ ਬੰਦ।
ਬੱਝਿਆ ਹੋਇਆ। ਕਿਨ ਬਿਦ ਬੰਧ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਟੂਟਾ। ਕੌਣ ਕਰਮ ਕੌਣ ਨਿਹ ਕਰਮ, ਕੌਣ ਸੋ ਕਹੈ ਕਹਾਏ ਜੀਉ। ਕਹਿੰਦੇ ਕਿਨ ਬਿਦ ਬੰਧ, ਇਹ ਕਿਸ ਤਰੀਕੇ, ਬਿਦ ਵਿਧੀ ਤਰੀਕੇ ਨੂੰ ਕਹਿੰਦੇ। ਮਨੁੱਖ ਕਿਸ ਤਰੀਕੇ ਨਾਲ ਮੋਹ ਮਾਇਆ 'ਚ ਵੱਜ ਜਾਂਦਾ ਹੈ। ਕਿਨ ਬਿਦ ਛੂਟਾ, ਅਤੇ ਕਿਸ ਤਰ੍ਹਾਂ ਇਹਦਾ ਇਹ ਮੋਹ ਮਾਇਆ ਤੋਂ ਛੁਟਕਾਰਾ ਹੋ ਸਕਦਾ ਹੈ। ਕਿਨ ਬਿਦ ਆਵਣ ਜਾਵਣ ਟੂਟਾ, ਕਿਸ ਤਰੀਕੇ ਨਾਲ ਜੰਮਣ ਮਰਨ ਦਾ ਚੱਕਰ ਖਤਮ ਹੋ ਸਕਦਾ ਹੈ। ਕੌਣ ਕਰਮ ਕੌਣ ਕਰਮ ਕਰਨ ਵਾਲਾ ਹੈ, ਕੌਣ ਨਿਹ ਕਰਮ, ਨਿਹ ਕਰਮ ਹੁੰਦਾ ਜਿਹੜਾ ਕਰਮ ਨਾ ਕਰੇ, ਅਤੇ ਕੌਣ ਹੈ ਜਿਹੜਾ ਕਰਮ ਨਹੀਂ ਕਰਦਾ। ਕੌਣ ਸੋ ਕਹੈ, ਕੌਣ ਪਰਮਾਤਮਾ ਦਾ ਨਾਮ ਜਪਦਾ, ਕਹਾਏ ਜੀਓ, ਅਤੇ ਕੌਣ ਕਿਸੇ ਤੋਂ ਜਪਵਾਉਂਦਾ। ਕੌਣ ਸੋ ਸੁਖੀ ਆ, ਕੌਣ ਸੋ ਦੁਖੀ ਆ। ਕਹਿੰਦੇ ਕੌਣ ਸੁਖੀ ਹੈ, ਕੌਣ ਦੁਖੀ ਹੈ, ਕੌਣ ਸੋ ਸਨਮੁਖ, ਕਿਹੜਾ ਹੈ ਜਿਹੜਾ ਗੁਰੂ ਦੇ ਸਾਹਮਣੇ ਰਹਿੰਦਾ ਹੈ। ਕੌਣ ਬੇਮੁਖੀ ਹੈ, ਕਿਹੜਾ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ। ਕਿਨ ਬਿਦ ਮਿਲੀ ਹੈ, ਕਿਸ ਤਰੀਕੇ ਨਾਲ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਕਿਨ ਬਿਦ ਵਿਛੜੇ, ਕਿਸ ਤਰੀਕੇ ਨਾਲ ਬੰਦਾ ਪਰਮਾਤਮਾ ਤੋਂ ਵਿਛੜਦਾ ਹੈ। ਇਹ ਬਿਦ ਕੌਣ ਪ੍ਰਗਟਾਏ ਜੀਓ, ਇਹ ਵਿਧੀ ਕੌਣ ਦੱਸੇ, ਇਹ ਵਿਧੀ ਕੌਣ ਦੱਸੇ। ਅੱਗੇ ਕਹਿੰਦੇ ਕੌਣ ਸੋ ਅੱਖਰ ਜਿਸ ਧਾਵਤ ਰਹਿਤਾ, ਉਹ ਕਿਹੜਾ ਸ਼ਬਦ ਹੈ ਜਿਸ ਦੇ ਨਾਲ ਇਹ ਦੌੜਦਾ ਹੈ ਮਨ, ਧਾਵਤ ਦੌੜਦਾ ਹੈ, ਰਹਿਤਾ ਰੁਕ ਜਾਂਦਾ। ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਸ਼ਬਦ ਹੈ ਜਿਸ ਦੇ ਨਾਲ ਦੌੜਦਾ ਹੋਇਆ ਮਨ ਰੁਕ ਜਾਂਦਾ ਹੈ। ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮ ਸਤ, ਉਹ ਕਿਹੜਾ ਉਪਦੇਸ਼ ਹੈ ਜਿਸ 'ਤੇ ਚੱਲ ਕੇ ਮਨੁੱਖ ਦੁੱਖ ਅਤੇ ਸੁੱਖ ਨੂੰ ਬਰਾਬਰ ਸਹਿੰਦਾ ਹੈ। ਦੁੱਖ ਔਰ ਸੁੱਖ ਉਹ ਸਹਿਣ ਕਰਦਾ ਹੈ। ਕੌਣ ਸੋ ਚਾਲ, ਉਹ ਕਿਹੜਾ ਤਰੀਕਾ ਹੈ ਜਿਤ ਪਾਰ ਬ੍ਰਹਮ ਧਿਆਏ, ਜਿਸ ਨਾਲ ਕਿ ਰੱਬ ਨੂੰ ਯਾਦ ਕਰ ਸਕੇ। ਕਿਨ ਬਿਦ ਕੀਰਤਨ ਗਾਏ ਜੀਓ, ਅਤੇ ਕਿਸ ਤਰੀਕੇ ਨਾਲ ਪਰਮਾਤਮਾ ਦੇ ਗੁਣ ਗਾ ਸਕਦਾ। ਕੀਰਤਨ ਦਾ ਪਰਮਾਤਮਾ ਦੇ ਗੁਣ, ਅਤੇ ਕਿਸ ਤਰੀਕੇ ਨਾਲ ਪਰਮਾਤਮਾ ਦੇ ਗੁਣ ਗਾ ਸਕਦਾ ਹੈ। ਇੱਥੋਂ ਤੱਕ ਦੇ ਸਨ ਪ੍ਰਸ਼ਨ। ਹੁਣ ਇਹਨਾਂ ਦੇ ਉੱਤਰ ਨੇ। ਪਹਿਲਾ ਪ੍ਰਸ਼ਨ ਸੀ ਕੌਣ ਸੋ ਮੁਕਤਾ। ਹੁਣ ਉੱਤਰ ਗੁਰੂਆਂ ਦੇ ਗੁਰਮੁਖ ਮੁਕਤਾ। ਜਿਹੜਾ ਗੁਰੂ ਦੇ ਆਖੇ ਲੱਗਦਾ ਹੈ ਉਹ ਮੋਹ ਮਾਇਆ ਤੋਂ ਮੁਕਤ ਹੋ ਜਾਂਦਾ। ਅੱਗੇ ਪ੍ਰਸ਼ਨ ਸੀ ਕੌਣ ਸੋ ਜੁਗਤਾ, ਕਹਿੰਦੇ ਗੁਰਮੁਖ ਜੁਗਤਾ। ਜਿਹੜਾ ਗੁਰਮੁਖ ਹੁੰਦਾ ਉਹ ਰੱਬ ਨਾਲ ਜੁੜਿਆ ਹੋਇਆ ਹੁੰਦਾ। ਜਿਹੜਾ ਗੁਰੂ ਦੇ ਆਖੇ ਲੱਗਦਾ ਉਹ ਰੱਬ ਨਾਲ ਜੁੜਿਆ ਹੋਇਆ ਹੁੰਦਾ ਹੈ। ਅੱਗੇ ਪ੍ਰਸ਼ਨ ਸੀ ਕੌਣ ਸੋ ਗਿਆਨੀ, ਕਹਿੰਦੇ ਗੁਰਮੁਖ ਗਿਆਨੀ। ਉੱਤਰ ਹੈ ਗੁਰਮੁਖ ਗਿਆਨੀ। ਗੁਰਮੁਖ ਗਿਆਨੀ ਹੁੰਦਾ ਜਿਹੜਾ ਗੁਰੂ ਦੇ ਆਖੇ ਲੱਗਦਾ, ਰੱਬ ਦਾ ਗਿਆਨ ਉਸੇ ਨੂੰ ਹੁੰਦਾ, ਦੂਜੇ ਨਹੀਂ ਹੁੰਦਾ। ਕੌਣ ਸੋ ਬਖਤਾ, ਪ੍ਰਸ਼ਨ ਸੀ ਵੀ ਕੌਣ ਬੋਲਣ ਵਾਲਾ, ਕਹਿੰਦੇ ਗੁਰਮੁਖ ਬਖਤਾ। ਜਿਹੜਾ ਗੁਰਮੁਖ ਹੁੰਦਾ ਉਹੀ ਪਰਮਾਤਮਾ ਦਾ ਨਾਮ ਲੈਂਦਾ, ਇਹ ਮਨਮੁਖ ਨਹੀਂ ਲਿਆ ਕਰਦੇ ਹਨ। ਅੱਗੇ ਪ੍ਰਸ਼ਨ ਸੀ ਕੌਣ ਸੋ ਗ੍ਰਹੀ, ਕਹਿੰਦੇ ਧੰਨ ਗ੍ਰਹੀ ਉਦਾਸੀ ਗੁਰਮੁਖ। ਗੁਰਮੁਖ ਜਿਹੜਾ ਹੈ ਉਹ ਗ੍ਰਹੀ ਗ੍ਰਸਤੀ ਵੀ ਹੈ, ਉਹ ਉਦਾਸੀ ਵੀ ਹੈ। ਉਦਾਸੀ ਜਿਹੜਾ ਮੋਹ ਮਾਇਆ ਤੋਂ ਨਿਰਲੇਪ ਹੋਵੇ। ਗੁਰਮੁਖ ਪਰਿਵਾਰ ਦੇ ਵਿੱਚ ਰਹਿੰਦਾ ਹੋਇਆ ਵੀ ਮੋਹ ਤੋਂ ਨਿਰਲੇਪ ਹੁੰਦਾ ਹੈ। ਤਾਂ ਉੱਤਰ ਦੇ ਜਾ ਰਹੇ ਨੇ ਗੁਰੂ ਮਹਾਰਾਜ। ਉੱਤੇ ਪ੍ਰਸ਼ਨ ਸੀ ਕੌਣ ਸੋ ਗ੍ਰਹੀ ਕੌਣ ਉਦਾਸੀ, ਕਹਿੰਦੇ ਗੁਰਮੁਖੀ ਗ੍ਰਹੀ ਹੈ, ਗੁਰਮੁਖੀ ਉਦਾਸੀ ਹੈ। ਫਿਰ ਕਿ ਕੌਣ ਸੋ ਕੀਮਤ ਪਾਇਆ ਜੀ, ਰੱਬ ਦੇ ਗੁਣਾਂ ਦੀ ਕੀਮਤ ਕੌਣ ਪਾ ਸਕਦਾ। ਉੱਤਰ ਹੈ ਗੁਰਮੁਖ ਕੀਮਤ ਪਾਏ ਜੀ। ਜੋ ਗੁਰਮੁਖ ਹੋ ਜਾਂਦਾ ਹੈ, ਜੋ ਗੁਰੂ ਦੇ ਆਖੇ ਲੱਗਦਾ ਹੈ, ਉਹੀ ਪਰਮਾਤਮਾ ਦੇ ਗੁਣਾਂ ਦੀ ਕੀਮਤ ਪਾ ਸਕਦਾ। ਫਿਰ ਅੱਗੇ ਅਸੀਂ ਪ੍ਰਸ਼ਨ ਕਿਨ ਵਿਦ ਬੰਧ,
ਕਿਸ ਤਰੀਕੇ ਨਾਲ ਵੱਜ ਜਾਂਦਾ, ਉਤਰਾ ਹਉਮੈ ਬੰਧ। ਮਨੁੱਖ ਹਉਮੈ ਕਰਦਾ, ਇਸ ਲਈ ਬੰਧਨਾਂ 'ਚ ਵੱਜ ਜਾਂਦਾ ਹੈ। ਅੱਗੇ ਆਪਣੇ ਕਿਨ ਵਿਧ ਛੂਟਾ, ਕਿਵੇਂ ਇਹ ਹਉਮੈ ਤੇ ਛੁਟਕਾਰਾ ਹੋ ਸਕਦਾ ਹੈ? ਕਹਿੰਦੇ ਗੁਰਮੁਖ ਛੂਟਾ। ਜਦੋਂ ਮਨੁੱਖ ਗੁਰਮੁਖ ਬਣ ਜਾਂਦਾ ਹੈ, ਗੁਰੂ ਦੇ ਆਖੇ ਲੱਗਦਾ ਹੈ, ਉਦੋਂ ਇਹ ਹਉਮੈ ਤੋਂ ਇਹਦਾ ਛੁਟਕਾਰਾ ਹੋ ਜਾਂਦਾ ਹੈ। ਅੱਗੇ ਪ੍ਰਸ਼ਨ ਸੀ, ਕਿਨ ਬਿਧ ਆਵਣ ਜਾਵਣ ਟੂਟਾ, ਵੀ ਕਿਸ ਤਰੀਕੇ ਨਾਲ ਜੰਮਣ ਮਰਨ ਖਤਮ ਹੋ ਸਕਦਾ ਹੈ? ਉੱਤਰ ਹੈ ਗੁਰਮੁਖ ਆਵਣ ਜਾਵਣ ਟੂਟਾ। ਜਦੋਂ ਮਨੁੱਖ ਗੁਰਮੁਖ ਬਣ ਜਾਂਦਾ ਹੈ, ਗੁਰੂ ਦੇ ਆਖੇ ਲੱਗਦਾ ਹੈ, ਇਹਦਾ ਜੰਮਣ ਮਰਨ ਖਤਮ ਹੋ ਜਾਂਦਾ ਹੈ। ਅੱਗੇ ਕਹਿੰਦੇ ਕੌਣ ਕਰਮ ਕੌਣ ਨਿਹ ਕਰਮ, ਉਹ ਕਹਿੰਦੇ ਗੁਰਮੁਖ ਕਰਮ। ਜਿਹੜਾ ਗੁਰਮੁਖ ਹੁੰਦਾ ਹੈ, ਅਸਲ 'ਚ ਉਹੀ ਨੇਕ ਕਰਮ ਕਰਦਾ ਹੈ। ਅਤੇ ਕੌਣ ਨੇ ਕਰਮ ਹੈ? ਗੁਰਮੁਖ ਨੇ ਕਰਮ। ਗੁਰਮੁਖ ਕਰਮ ਤਾਂ ਕਰਦਾ ਹੈ, ਪਰ ਇਹ ਨਹੀਂ ਕਹਿੰਦਾ ਮੈਂ ਕੀਤਾ। ਉਹ ਕਰਮ ਜਿਸ ਦੇ ਵਿੱਚ ਕਹੇ ਮੈਂ ਕੀਤਾ, ਉਹ ਨੇਕ ਕਰਮ ਨਹੀਂ ਹੁੰਦਾ। ਗੁਰਮੁਖ ਕਰਮ ਤਾਂ ਕਰਦਾ, ਪਰ ਉਹ ਬਿਨਾਂ ਇੱਛਾ ਦੇ ਕਰਦਾ ਰਹਿੰਦਾ ਹੈ। ਉਹਦੀ ਇੱਛਾ ਨਹੀਂ ਹੁੰਦੀ ਵੀ ਇਸ ਕਰਮ ਦੇ ਬਦਲੇ ਮੈਨੂੰ ਕੁਛ ਇਹ ਮਿਲੇ। ਗੁਰਮੁਖ ਕਰਮ ਵੀ ਕਰਦਾ ਅਤੇ ਗੁਰਮੁਖ ਨੇਕ ਕਰਮਾਂ ਵੀ ਹੈ, ਉਹ ਇੱਛਾ ਨਹੀਂ ਰੱਖਦਾ ਹੈਗਾ। ਕੌਣ ਸੋ ਕਹੈ ਕਹਾਏ ਜੀਉ, ਗੁਰਮੁਖ ਕਰੇ ਸੋ ਸੁਭਾਏ ਜੀਉ। ਜੇ ਗੁਰਮੁਖ ਜੋ ਕਰਦਾ ਹੈ, ਉਹ ਸਹਿਜ ਸੁਭਾਅ ਕਰਦਾ ਹੈ। ਉਹਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ, ਉਹ ਸਹਿਜ ਸੁਭਾਅ ਕਰਦਾ ਰਹਿੰਦਾ। ਉਹ ਨਾਮ ਜਪਦਾ ਰਹਿੰਦਾ, ਦੂਜੇ ਤੋਂ ਨਾਮ ਜਪਾਉਂਦਾ ਰਹਿੰਦਾ। ਅੱਗੇ ਪ੍ਰਸ਼ਨ ਜੀ, ਕੌਣ ਸੋ ਸੁਖੀ ਆ, ਕੌਣ ਸੋ ਦੁਖੀ ਆ? ਕਹਿੰਦੇ ਗੁਰਮੁਖ ਸੁਖੀ ਆ। ਜਿਹੜਾ ਗੁਰਮੁਖ ਹੁੰਦਾ ਹੈ, ਗੁਰੂ ਦੇ ਆਖੇ ਲੱਗਦਾ, ਉਹ ਸੁਖੀ ਹੁੰਦਾ। ਪ੍ਰਸ਼ਨ ਸੀ ਕੌਣ ਸੋ ਦੁਖੀ ਆ? ਉੱਤਰ ਮਨਮੁਖ ਦੁਖੀ ਆ। ਜਿਹੜਾ ਮਨ ਮਰਜ਼ੀ ਕਰਦਾ, ਉਹ ਦੁਖੀ ਹੁੰਦਾ ਹੈ। ਹੁਣ ਗੁਰੂ ਮਾਰ ਕੇ ਕੋਈ ਨਸ਼ਾ ਨਹੀਂ ਕਰਨਾ, ਲੋਕ ਨਸ਼ੇ ਕਰਦੇ ਨੇ, ਫਿਰ ਭਾਂਤ ਭਾਂਤ ਦੀ ਬਿਮਾਰੀਆਂ ਲੱਗਦੀਆਂ ਨੇ, ਮੁਕੱਦਮੇ ਚੱਲਦੇ ਨੇ, ਜੇਲ੍ਹਾਂ ਹੁੰਦੀਆਂ ਨੇ, ਕਿਉਂਕਿ ਮਨਮੁਖ ਨੇ, ਇਸ ਦੁਖੀ ਰਹਿੰਦੇ ਨੇ। ਗੁਰਮੁਖ ਗੁਰੂ ਦੇ ਆਖੇ ਲੱਗਦਾ ਹੈ, ਅਤੇ ਗੁਰੂ ਕਿਸੇ ਨੂੰ ਕਹਿੰਦੇ ਨਹੀਂ ਤੂੰ ਗਲਤ ਕੰਮ ਕਰ। ਜਦੋਂ ਅਸੀਂ ਗਲਤ ਕੰਮ ਹੀ ਨਹੀਂ ਕਰਨਾ, ਆਪੇ ਸੁਖੀ ਰਹਿਣਾ ਹੈ। ਜੇ ਗਲਤ ਕੰਮ ਕਰਾਂਗੇ, ਆਪਣੀ ਮਰਜ਼ੀ ਕਰਾਂਗੇ, ਫਿਰ ਦੁੱਖ ਭੋਗਦੇ ਰਹਾਂਗੇ। ਇਸ ਲਈ ਕਹਿੰਦੇ ਕੌਣ ਸੋ ਸੁਖੀਆ ਕੌਣ ਸੋ ਦੁਖੀਆ? ਕਹਿੰਦੇ ਗੁਰਮੁਖ ਸੁਖੀਆ, ਮਨਮੁਖ ਦੁਖੀਆ। ਕਿਨ ਬਿਧ ਮਿਲੀਐ ਕਿਨ ਬਿਧ ਵਿਛੜੈ। ਨਹੀਂ, ਕੌਣ ਸੋ ਸਨਮੁਖ ਕੌਣ ਬੇਮੁਖੀਆ? ਕਹਿੰਦੇ ਗੁਰਮੁਖ ਸਨਮੁਖ। ਜਿਹੜਾ ਗੁਰਮੁਖ ਹੁੰਦਾ ਹੈ, ਉਹ ਗੁਰੂ ਦੇ ਸਾਹਮਣੇ ਰਹਿੰਦਾ। ਸਨਮੁਖ ਰਹਿਣ ਤੋਂ ਭਾਵ ਹੈ ਜਿਵੇਂ ਗੁਰੂ ਮਹਾਰਾਜ ਉਵੇਂ ਕਰਦਾ, ਆਪਣੀ ਮਰਜ਼ੀ ਨਹੀਂ ਕਰਦਾ। ਪਰ ਜਿਹੜਾ ਮਨਮੁਖ ਹੁੰਦਾ, ਇਹ ਬੇਮੁਖੀ ਹੈ, ਇਹ ਗੁਰੂ ਦੀ ਗੱਲ ਹੀ ਮੰਨਦਾ ਹੈਗਾ, ਆਪਣੀ ਮਰਜ਼ੀ ਕਰਦਾ, ਇਸ ਲਈ ਉਹ ਗੁਰੂ ਤੋਂ ਬੇਮੁਖ ਹੋ ਜਾਂਦਾ। ਅੱਗੇ ਕਹਿੰਦੇ ਕਿਨ ਬਿਧ ਮਿਲੀ ਹੈ ਕਿਨ ਬਿਧ ਵਿਛੜੈ। ਗੁਰਮੁਖ ਮਿਲੀ ਹੈ। ਗੁਰਮੁਖ ਬਣਾਂਗੇ ਤਾਂ ਪਰਮਾਤਮਾ ਨੂੰ ਮਿਲ ਸਕਦਾ। ਮਨਮੁਖ ਵਿਛੜੈ, ਜਿਹੜਾ ਮਨਮੁਖ ਹੈ, ਪਰਮਾਤਮਾ ਵਿਛੜ ਜਾਂਦਾ ਹੈ। ਕਿਉਂ? ਉਹ ਪਰਮਾਤਮਾ ਦੀ ਗੱਲ ਹੀ ਮੰਨਦਾ ਹੈਗਾ, ਇਸ ਲਈ ਉਹ ਤੋਂ ਵਿਛੜ ਜਾਂਦਾ। ਫਿਰ ਅਸੀਂ ਇਹ ਵਿਧ ਕੌਣ ਪ੍ਰਗਟਾਏ ਜੀ? ਵੀ ਇਹ ਵਿਧੀ ਕੌਣ ਦੱਸੇਗਾ? ਇਹ ਕਹਿੰਦੇ ਗੁਰਮੁਖ ਵਿਧ ਪ੍ਰਗਟਾਏ ਜੀ, ਗੁਰਮੁਖ ਵਿਧੀ ਦੱਸੇਗਾ। ਜਿਹੜਾ ਗੁਰੂ ਦੇ ਆਖੇ ਲੱਗਦਾ ਹੈ, ਉਹੀ ਵਿਧੀ ਦੱਸੇਗਾ ਤੁਹਾਨੂੰ ਪਰਮਾਤਮਾ ਨੂੰ ਮਿਲਣ ਦੀ। ਅੱਗੇ ਪ੍ਰਸ਼ਨ ਸੀ ਕੌਣ ਸੋ ਅੱਖਰ ਜਿਸ ਧਾਵਤ ਰਹਿਤਾ। ਵੀ ਉਹ ਕਿਹੜਾ ਸ਼ਬਦ ਹੈ ਜਿਸ ਨਾਲ ਇਹ ਦੌੜਦਾ ਹੈ, ਮਨ ਰੁਕ ਜਾਂਦਾ ਹੈ? ਉੱਤਰ ਹੈ ਗੁਰਮੁਖ ਅੱਖਰ ਜਿਸ ਧਾਵਤ ਰਹਿਤਾ। ਗੁਰੂ ਦਾ ਦਿੱਤਾ ਹੋਇਆ ਗੁਰਮੰਤਰ, ਗੁਰੂ ਦੇ ਦਿੱਤੇ ਗੁਰਮੰਤਰ ਨਾਲ ਹੀ ਇਹ ਮਨ ਦੌੜਦਾ ਹੋਇਆ ਰੁਕ ਜਾਂਦਾ ਹੈ। ਆਪਾਂ ਵਾਹਿਗੁਰੂ 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 ਕਰਦੇ ਰਹੋ ਬਹੁਤ ਸਮਾਂ, ਹੌਲੀ ਹੌਲੀ ਮਨ ਫਿਰ
ਰੁਕ ਜਾਂਦਾ। ਕੌਣ ਉਪਦੇਸ਼ ਜਿਤ ਦੁੱਖ ਸੁੱਖ ਸਮ ਸਹਿਤ। ਕਹਿੰਦਾ ਉਹ ਉਪਦੇਸ਼ ਕਿਹੜਾ ਹੈ ਜਿਹਦਾ ਮਨੁੱਖ ਦੁੱਖ ਅਤੇ ਸੁੱਖ ਨੂੰ ਬਰਾਬਰ ਸਮਝਦਾ ਹੈ। ਕਹਿੰਦੇ ਉੱਤਰ ਦਿੰਦੇ ਗੁਰਮੁਖ ਉਪਦੇਸ਼। ਗੁਰੂ ਜਿਹੜਾ ਉਪਦੇਸ਼ ਦਿੰਦਾ ਹੈ ਦੁੱਖ ਸੁੱਖ ਸਮ ਸਹਿਤ, ਉਸ ਉਪਦੇਸ਼ 'ਤੇ ਚੱਲ ਕੇ ਮਨੁੱਖ ਦੁੱਖ ਅਤੇ ਸੁੱਖ ਨੂੰ ਬਰਾਬਰ ਸਮਝ ਕੇ ਸਹਿਣ ਲੈਂਦਾ ਹੈ। ਉਹ ਕਹਿੰਦਾ ਦੁੱਖ ਵੀ ਉਹਦੀ ਰਜ਼ਾ 'ਚ ਆਇਆ, ਸੁੱਖ ਵੀ ਉਹਦੀ ਰਜ਼ਾ 'ਚ ਆਇਆ। ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ। ਕਹਿੰਦੇ ਉਹ ਕਿਹੜੀ ਚਾਲ, ਉਹ ਕਿਹੜਾ ਤਰੀਕਾ ਜਿਹੜਾ ਪਰਮਾਤਮਾ ਨੂੰ ਯਾਦ ਕਰੇ। ਕਹਿੰਦੇ ਗੁਰਮੁਖ ਚਾਲ, ਗੁਰੂ ਦੇ ਅਨੁਸਾਰ ਚੱਲਣਾ। ਜਿਹੜਾ ਗੁਰੂ ਦੇ ਅਨੁਸਾਰ ਚੱਲ ਕੇ ਪਰਮਾਤਮਾ ਨੂੰ ਧਿਆਉਂਦਾ ਹੈ। ਸੋ ਅਸਲ ਚਾਲ ਕੀ ਹੈ? ਗੁਰੂ ਦੇ ਆਖੇ ਲੱਗਣਾ, ਗੁਰੂ ਦੇ ਆਖੇ ਲੱਗ ਕੇ ਨਾਮ ਜਪਣਾ। ਅਤੇ ਫਿਰ ਕਹਿੰਦੇ ਅੱਗੇ ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਧ ਕੀਰਤਨ ਗਾਏ ਜੀਓ। ਗੁਰਮੁਖ ਕੀਰਤਨ ਗਾਏ ਜੀਓ। ਜਿਹੜਾ ਗੁਰਮੁਖ ਹੁੰਦਾ ਉਹੀ ਪਰਮਾਤਮਾ ਦੀ ਸਿਫਤ ਸਲਾਹ ਕਰਦਾ, ਹੋਰ ਨਹੀਂ ਕਰਦਾ। ਮਨਮੁਖ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦੇ, ਉਹ ਨਾ ਨਾਮ ਜਪਦੇ ਨਾ ਬਾਣੀ ਪੜ੍ਹਦੇ। ਇਹ ਜਿਹੜੇ ਗੁਰਮੁਖ ਨੇ ਉਹੀ ਪਰਮਾਤਮਾ ਦੀ ਸਿਫਤ ਸਲਾਹ ਗਾਉਂਦੇ ਹਨ। ਇੱਥੋਂ ਤੱਕ ਇਹ ਜਵਾਬ ਸਨ। ਉੱਤੇ 4 ਲਾਈਨਾਂ 'ਚ ਪ੍ਰਸ਼ਨ ਸਨ। ਉਹਨਾਂ ਦੇ ਸਾਰੇ ਪ੍ਰਸ਼ਨ ਦੇ ਉੱਤਰ ਫਿਰ ਗੁਰੂ ਮਹਾਰਾਜ ਨੇ ਦਿੱਤੇ। ਹੁਣ ਅੱਗੇ ਦੇਖੋ 8 ਨੰਬਰ ਤੋਂ ਬਾਅਦ। ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇਕਸ ਤੇ ਹੋਇਓ ਅਨੰਤ, ਨਾਨਕ ਏਕਸ ਮਾਹੇ ਸਮਾਏ ਜੀਓ। ਸਗਲੀ ਬਣਤ ਬਣਾਈ ਆਪੇ। ਇਹ ਸਾਰੀ ਬਣਤ, ਸਾਰੀ ਸਕੀਮ ਪਰਮਾਤਮਾ ਨੇ ਆਪ ਬਣਾਈ ਹੈ ਵੀ ਇਸ ਸ੍ਰਿਸ਼ਟੀ ਨੂੰ ਕਿਵੇਂ ਚਲਾਉਣਾ ਹੈ, ਕੀ ਕੁਛ ਕਰਨਾ ਹੈ, ਇਹ ਸਾਰਾ ਉਸਨੇ ਆਪ ਬਣਾਇਆ ਹੈ। ਆਪੇ ਕਰੇ ਕਰਾਏ ਥਾਪੇ। ਪਰਮਾਤਮਾ ਆਪ ਹੀ ਕਰਦਾ ਹੈ, ਆਪ ਹੀ ਜੀਵਾਂ ਤੋਂ ਕਰਾਉਂਦਾ ਹੈ। ਕਰਦਾ ਵੀ ਆਪ ਹੈ, ਫਿਰ ਜੀਵਾਂ ਦੇ ਵਿੱਚ ਬੈਠ ਕੇ ਉਹਨਾਂ ਤੋਂ ਕਰਵਾਉਂਦਾ ਹੈ। ਆਪੇ ਹੀ ਥਾਪੇ, ਉਹਨਾਂ ਨੂੰ ਥਾਪਦਾ ਹੈ, ਉਹਨਾਂ ਨੂੰ ਇਸ ਤਰ੍ਹਾਂ ਭਾਵਨਾ ਤੇ ਕਰਮ ਕਰਵਾਉਂਦਾ ਹੈ ਆਪ। ਇਕਸ ਤੇ ਹੋਇਓ ਅਨੰਤ। ਪਰਮਾਤਮਾ ਪਹਿਲੇ ਇੱਕ ਹੀ ਸੀ, ਨਿਰਗੁਣ ਸਰੂਪ ਸੀ। ਉਸ ਤੋਂ ਅਨੰਤ, ਬੇਅੰਤ ਜਿਹਨੂੰ ਕਹਿੰਦੇ। ਫਿਰ ਉਹਨੇ ਕਿੰਨੇ ਸਰੂਪ ਧਾਰਨ ਕੀਤੇ, 84 ਲੱਖ ਜੂਨੀਆਂ ਉਹਦੇ ਸਰੂਪ ਨੇ। ਉਹ ਨਿਰਗੁਣ ਵੀ ਹੈ, ਉਹ ਸਰਗੁਣ ਵੀ ਹੈ। ਨਿਰਗੁਣ ਉਹ ਹੁੰਦਾ ਜਿਹੜਾ ਨਾ ਅੱਖਾਂ ਨਾਲ ਦਿਖਾਈ ਨਾ ਦੇਵੇ। ਸਰਗੁਣ ਉਹ ਹੁੰਦਾ ਜਿਹੜਾ ਇਹਨਾਂ ਅੱਖਾਂ ਨਾਲ ਦਿਖਾਈ ਦੇਵੇ। ਜਿਵੇਂ ਇੱਕ ਓਅੰਕਾਰ ਹੈ, ਇੱਕ ਉਹ ਨਿਰਗੁਣ ਸਰੂਪ ਹੈ। ਓਅੰਕਾਰ ਹੈ, ਇਹ ਸਾਰੀ ਸ੍ਰਿਸ਼ਟੀ ਜੋ ਵੀ ਹੈ ਇਹ ਉਹਦਾ ਸਰੂਪ ਹੈ, ਇਹ ਖਰਾ ਦਿਸਦਾ ਹੈ। ਪਰਮਾਤਮਾ ਇੱਕ ਵੀ ਹੈ ਅਤੇ ਓਅੰਕਾਰ ਵੀ ਹੈ, ਇਸ ਲਈ ਕਹਿੰਦੇ ਇੱਕ ਓਅੰਕਾਰ। ਜਦੋਂ ਇੱਕ ਇਕੱਲਾ ਹੀ ਹੈ, ਨਿਰਗੁਣ ਸਰੂਪ ਹੈ। ਜਦੋਂ ਸਾਰੇ ਜੂਨਾ ਸਭ ਕੁਝ ਬਣਾਤਾ, ਉਦੋਂ ਓਅੰਕਾਰ ਹੋ ਗਿਆ, ਉਹ ਦਿਸਣ ਲੱਗ ਗਿਆ। ਤਾਂ ਗੁਰਬਾਣੀ ਜੋ ਦਿਸੈ ਸੋ ਤੇਰਾ ਰੂਪ। ਇਹ ਪਰਮਾਤਮਾ ਜੋ ਕੁਝ ਵੀ ਵਿਖਾਈ ਦੇ ਰਿਹਾ ਹੈ ਉਹ ਤੇਰੇ ਰੂਪ ਹੈ। ਇਕਸ ਤੇ ਹੋਇਓ ਅਨੰਤ। ਪਰਮਾਤਮਾ ਇੱਕ ਤੋਂ ਬੇਅੰਤ ਹੋ ਗਿਆ। ਨਾਨਕ ਏਕਸ ਮਾਹੇ ਸਮਾਏ ਜੀਓ। ਅਤੇ ਉਹ ਮੁੜ ਕੇ ਫਿਰ ਇੱਕ ਹੋ ਜਾਂਦਾ। ਜਦੋਂ ਦਾ ਜੀ ਕਰਕੇ ਸਾਰੀ ਸ੍ਰਿਸ਼ਟੀ ਨੂੰ ਲੈ ਕਰ ਦੇਗਾ ਅਤੇ ਫਿਰ ਇਕੱਲੇ ਦਾ ਇਕੱਲਾ ਰਹਿ ਜਾਏਗਾ। ਅੱਗੇ ਕਹਿੰਦੇ ਮਾਝ ਮਹਿਲਾ ਪੰਜਵਾਂ। ਪੰਚਮ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ। ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ, ਹਰ ਭਗਵੰਤ ਤਾਂ ਜਨ ਖਰਾ ਸੁਖਾਲਾ। ਜੀ ਪ੍ਰਾਨ ਮਾਨ ਸੁਖ ਦਾਤਾ, ਤੂੰ ਕਰੇ ਸੋਈ ਸੁਖ ਪਾਵਨਿਆ।
ਕਹਿੰਦੇ ਪ੍ਰਭ ਅਵਿਨਾਸ਼ੀ। ਅਵਿਨਾਸ਼ੀ ਦਾ ਜਿਹੜਾ ਸਦਾ ਰਹਿਣ ਵਾਲਾ ਹੈ। ਅਸੀਂ ਤਾਂ ਜਾਣ ਵਾਲੇ ਰਾਮ ਗਏ ਰਾਵਣ ਗਏ। ਇੱਥੇ ਚੰਗਿਆਂ ਨੇ ਵੀ ਚੱਲਣ ਜਾਣਾ, ਇੱਥੇ ਮੰਦਿਆਂ ਨੇ ਵੀ ਚਲੇ ਜਾਣਾ। ਸਦਾ ਰਹਿਣ ਵਾਲਾ ਇੱਕ ਪਰਮਾਤਮਾ ਹੀ ਹੈ, ਇਸ ਲਈ ਉਹਨੂੰ ਕਿਹਾ ਅਵਿਨਾਸ਼ੀ, ਪ੍ਰਭ ਅਵਿਨਾਸ਼ੀ। ਤਾਂ ਕਿਹਾ ਕਾੜਾ, ਕਾੜਾ ਦੀ ਚਿੰਤਾ ਫਿਕਰ। ਜਦੋਂ ਪਤਾ ਹੈ ਕਿ ਪਰਮਾਤਮਾ ਨੇ ਸਦਾ ਰਹਿਣਾ ਹੈ, ਕਹਿੰਦੇ ਫਿਰ ਚਿੰਤਾ ਕਰਨ ਦੀ ਕੀ ਲੋੜ ਹੈ। ਚਿੰਤਾ ਤੇ ਧੀਆਂ ਪੁੱਤਰਾਂ ਰਿਸ਼ਤੇਦਾਰਾਂ ਦੀ ਬੰਦਾ ਕਰਦਾ ਵੀ ਇਹਨੇ ਪਤਾ ਨਹੀਂ ਕਿੰਨੇ ਦਿਨ ਰਹਿਣਾ ਕਿ ਨਹੀਂ ਰਹਿਣਾ, ਕਿਤੇ ਮੇਰੇ ਤੋਂ ਵਿਛੜੀ ਨਾ ਜਾਣ, ਕਿਤੇ ਮੇਰੇ ਤੋਂ ਪਹਿਲਾਂ ਮਾਰੀ ਨਾ ਜਾਣ। ਆ ਜਿਹੜੇ 2-2 ਬੱਚੇ ਪੈਦਾ ਕਰਨੇ ਵੀ ਇਸੇ ਲਈ ਵੀ ਜੇ ਇੱਕ ਮਰ ਗਿਆ ਫਿਰ ਘੱਟ ਤੋਂ ਇੱਕ ਤੇ ਜਿਉਂਦਾ ਰਹੇ, ਹੋਰ ਕੋਈ ਮਤਲਬ 2 ਤੋਂ। ਮੰਨ ਲਓ ਇੱਕ ਲੜਕਾ ਹੋ ਗਿਆ, ਚਲੋ ਜੇ ਪਹਿਲਾਂ ਲੜਕੀ ਹੋਵੇ ਤਾਂ ਬਹੁਤ ਹੀ ਦੁਨੀਆ ਦੀ ਇੱਛਾ ਹੁੰਦੀ ਵੀ ਇੱਕ ਲੜਕਾ ਵੀ ਹੋਵੇ, ਉਹ ਇਸ ਲਈ ਦੂਜਾ ਪੈਦਾ ਕਰ। ਪਹਿਲਾਂ ਲੜਕਾ ਹੈ, ਹੁਣ ਇਹ ਤਾਂ ਕੋਈ ਇੱਛਾ ਨਹੀਂ ਵੀ ਲੜਕਾ ਹੋਵੇ ਜੀ, ਪਰ ਦੂਜਾ ਬੱਚਾ ਆਮ ਲੋਕ ਇਸ ਲਈ ਪੈਦਾ ਕਰਦੇ ਨੇ, ਰੱਬ ਨਾ ਕਰੇ ਪਹਿਲਾਂ ਮਰ ਗਿਆ, ਘੱਟ ਤੋਂ ਦੂਜਾ ਤਾਂ ਸਾਡੇ ਕੋਲ ਰਹਿ ਜਾਵੇ, ਇਸ ਪੁਆਇੰਟ ਤੋਂ ਕਰਦੇ। ਜਦੋਂ ਪਿਤਾ ਪੁਰਖੀ ਕੰਮ ਸੀ ਵੀ ਜੋ ਬਾਪ ਕੰਮ ਕਰਦਾ ਉਹੀ ਪੁੱਤਰ ਕਰਦਾ, ਉਦੋਂ ਜ਼ਿਆਦਾ ਬੱਚਿਆਂ ਦੀ ਲੋੜ ਸੀ। ਹੁਣ ਮੰਨ ਲਓ ਖੇਤੀ ਕਰਦਾ, ਇੱਕ ਬੱਚਾ ਹਲ ਵਾਹੁਣ ਵਾਲਾ ਚਾਹੀਦਾ, ਇੱਕ ਬੱਚਾ ਪੱਠੇ ਪੁੱਠੇ ਲਿਆਉਣ ਨੂੰ ਅਤੇ ਹੋਰ ਕੰਮ ਕਰਨ ਨੂੰ ਚਾਹੀਦਾ, ਇੱਕ ਬੱਚਾ ਡੰਗਰ ਚਾਰਨ ਨੂੰ ਚਾਹੀਦਾ ਹੈ। ਇਸ ਤਰ੍ਹਾਂ ਦੇ ਕਈ ਬੱਚੇ ਲੋੜ ਹੁੰਦੇ ਸੀ। ਤਰਖਾਣਾ ਕੰਮ ਕਰਦੇ ਆ, ਬਾਪ ਤਾਂ ਜਾ ਕੇ ਬਾਜ਼ਾਰੋਂ ਲੱਕੜੀ ਲੈ ਕੇ ਆ ਰਿਹਾ ਹੈ, ਕੋਈ ਬੱਚਾ ਸੀ ਉਹਨੂੰ ਚੀਰ ਰਿਹਾ ਹੈ, ਕੋਈ ਉਸ ਤੋਂ ਅੱਗੇ ਸਮਾਨ ਤਿਆਰ ਕਰ ਰਿਹਾ ਹੈ। ਉਦੋਂ ਕਈਆਂ ਦੀ ਲੋੜ ਹੁੰਦੀ ਸੀ, ਹੁਣ ਉਸ ਤਰ੍ਹਾਂ ਦੀ ਲੋੜ ਨਹੀਂ ਹੈਗੀ। ਜਦੋਂ ਛੋਟੇ ਹੁੰਦੇ ਨਾ ਉਹ ਤਾਂ ਬੰਦਾ ਸਰ 3-4 ਜਵਾਕ ਚਾਹੀਦੇ ਨੇ, ਜਦੋਂ ਵੱਡੇ ਹੋਏ ਨੱਕ ਚਾਹੀਦਾ ਦਮ, ਇਹ ਇੱਕ ਨੂੰ ਹੀ ਪੜ੍ਹਾਉਣਾ ਔਖਾ ਹੁੰਦਾ, ਸਿਰੇ ਲਾਉਣਾ। ਉਦੋਂ ਫਿਰ ਨਾਨੀ ਯਾਦ ਆਉਂਦੀ ਹੈ, ਜੋ ਇੱਕ ਬੱਚੇ 'ਤੇ ਲੱਖਾਂ ਰੁਪਈਏ ਲੱਗਦੇ ਪੜ੍ਹਾਉਣ 'ਤੇ। ਉਹ ਪੁਰਾਣੇ ਜ਼ਮਾਨੇ ਦਾ ਹੈ ਨਹੀਂ ਸੀ ਵੀ ਥੋੜ੍ਹਾ ਜਵਾਨ ਬੱਚਾ ਹੋਇਆ ਬਾਪ ਵਾਲਾ ਕੰਮ ਕਰਨ ਲੱਗ ਪਿਆ, ਨਿਬੜੇ, ਕੋਈ ਫਿਕਰ ਨਹੀਂ ਫਾਕਾ ਨਹੀਂ। ਇਸ ਲਈ ਵਿਆਹ ਵੀ ਛੇਤੀ ਹੋ ਜਾਇਆ ਕਰਦੇ ਸੀ, ਕਿਉਂਕਿ ਬੱਚਾ ਕਮਾਉਣ ਲੱਗ ਗਿਆ ਹੈ, ਇਸ ਲਈ ਵਿਆਹ ਦਾ। ਹੁਣ ਬੱਚਾ ਪੜ੍ਹ ਰਿਹਾ 27-28 ਸਾਲਾਂ ਤੱਕ ਪੜ੍ਹਦਾ ਰਹਿੰਦਾ ਉਹ, ਫਿਰ ਉਹਦੀ ਇੱਛਾ ਤਾਂ ਮੈਂ ਨੌਕਰੀ ਪਹਿਲਾਂ ਕਰ ਲਾਂ, ਲੱਗ ਲਾਂ, ਫਿਰ ਵਿਆਹ ਕਰੂੰਗਾ। ਉਹ ਨੌਕਰੀ ਲੱਗ ਜਾਂਦਾ ਹੈ, ਫਿਰ ਉਹਦੀ ਇੱਛਾ ਆਉਂਦੀ ਮੈਨੂੰ ਨੌਕਰੀ ਵਾਲੀ ਮਿਲੇ, ਇਹੀ ਕਰਦਾ 34-35 ਸਾਲਾਂ ਦਾ ਹੋ ਜਾਂਦਾ। ਇੱਕ ਦੇ ਹੀ ਨਿਬੜਦਾ, ਅਤੇ ਜੇ 4-5 ਜਵਾਕ ਹੋਣ ਦਾ ਭੂਤ ਨਹੀਂ ਭੁੱਲੀ ਰਹਿੰਦੇ ਮਾਂ ਪਿਓ ਦੇ। ਇਸ ਲਈ ਸਿਆਣੇ ਮਾਂ ਪਿਓ 1-2 ਹੀ ਜੰਮਦੇ ਨੇ, ਵੱਧ ਜੰਮਦੇ ਹੀ ਨਹੀਂ। ਕਈਆਂ ਨੂੰ ਇਹ ਹੈ ਵੀ ਚਲੋ ਇਹਨਾਂ ਤੋਂ ਸਾਨੂੰ ਸੁੱਖ ਮਿਲੇਗਾ। ਧਰਮ ਦਾ ਨਾਂ ਗਿਆਨ ਹੋਣ ਕਰਕੇ ਮਨੁੱਖ ਸੋਚਦਾ ਬੱਚਿਆਂ ਤੋਂ ਮੈਨੂੰ ਸੁੱਖ ਮਿਲੇਗਾ। ਗੁਰਬਾਣੀ ਕਹਿੰਦੀ ਸੁੱਖ ਅਤੇ ਦੁੱਖ ਤੁਹਾਡੇ ਆਪਣੇ ਕਰਮਾਂ ਦਾ ਹੈ। ਜੇ ਤੁਹਾਡੇ ਭਾਗਾਂ ਸੁੱਖ ਲਿਖਿਆ ਨਾ, ਆਪਣਿਆਂ ਵੀ ਸੁੱਖ ਦੇ ਦੇਣਾ, ਬਗਾਨੇ ਨੇ ਵੀ ਦੇਣਾ। ਜੇ ਭਾਗਾਂ ਦੁੱਖ ਲਿਖਿਆ, ਆਪਣੇ ਨਹੀਂ ਸੂਲੀ ਟੰਗੀ ਰੱਖਣਾ ਅਤੇ ਬਗਾਨੇ ਨੇ ਵੀ ਦੁਖੀ ਕਰਦੇ ਰਹਿਣਾ। ਇਹ ਦੁੱਖ ਸੁੱਖ ਤਾਂ ਆਪਣੇ ਕਰਮਾਂ ਦਾ ਹੈ। ਇਹ ਨਾ ਸੋਚੋ ਕਿ ਬੱਚਿਆਂ ਤੋਂ ਸਾਨੂੰ ਸੁੱਖ ਮਿਲੇਗਾ, ਇਹ ਇਸ ਤਰ੍ਹਾਂ ਦੀ ਉਮੀਦ ਕਰਨਾ ਇਹ ਅਗਿਆਨਤਾ ਹੈ। ਸੁੱਖ ਦੁੱਖ ਆਪਣੇ ਕਰਮਾਂ ਦਾ। ਬੜਿਆਂ ਦੇ ਬੱਚੇ ਨੇ ਜਿਹੜੇ ਮਾਂ ਪਿਓ ਦੇ ਨੱਕ ਦਮ ਕੀਤਾ ਹੋਇਆ ਹੈ। ਇੱਕ ਮਾਂ ਮੇਰੇ ਕੋਲ ਆਇਆ ਜੀ, ਮੇਰਾ ਮੁੰਡਾ ਬਾਬਾ ਜੀ ਦੱਸੋ ਕਦੋਂ ਮਰੇਗਾ। ਮੈਂ ਹੁਕਮਨਾਮਾ ਮੈਨੇ ਅਜੇ ਨਹੀਂ ਮਾਤਾ ਜੀ ਮਰਦਾ। ਕਹਿੰਦਾ ਫਿਰ ਤਾਂ ਬੜਾ ਔਖਾ। ਦੇਖੋ ਮੈਂ ਜਦੋਂ ਪੁੱਤਰ ਹੋਇਆ ਹੋਣਾ ਕਿੰਨੀ ਖੁਸ਼ੀ ਮਨਾਈ ਹੋਣੀ ਮਾਂ ਪਿਓ ਨੇ। ਹੁਣ ਵਿਚਾਰੇ 2-3 ਮਹੀਨੇ ਬਾਅਦ ਆ ਜੀ ਇਹ ਮੇਰਾ ਪੁੱਤਰ ਕਦੋਂ ਮਰੇਗਾ, ਮਗਰੋਂ ਲੱਥੇਗਾ। ਕਰਮ ਨੇ ਜੰਮਿਆ ਤੇ ਇਸ ਲਈ ਸੀ ਸਾਨੂੰ ਇਸ ਤੋਂ ਫਾਇਦਾ ਹੋਵੇਗਾ, ਉਹ ਉਲਟਾ ਸਿਰਦਰਦੀ ਹੋ ਗਈ ਹੈ। ਇਸ ਲਈ ਇਹ ਨਹੀਂ ਸੋਚਣਾ ਕਿ ਬੱਚਿਆਂ ਤੋਂ ਸਾਨੂੰ ਜਿਹੜਾ ਸੁੱਖ ਮਿਲੇਗਾ ਇਸ ਲਈ ਇਹਨੇ ਪੈਦਾ ਕਰ ਲਓ। ਸੁੱਖ ਦੇ ਤੁਹਾਡੇ ਭਾਗਾਂ ਦਾ। ਜੇ ਤੁਹਾਡੇ ਭਾਗਾਂ ਸੁੱਖ ਲਿਖਿਆ, ਯਾਦ ਰੱਖੇ ਭਾਵੇਂ ਤੁਹਾਡਾ ਕੋਈ ਵੀ ਬੱਚਾ ਨਾ ਹੋਵੇ, ਬਗਾਨਿਆਂ ਨੇ ਤੁਹਾਡੀ ਸੇਵਾ ਕਰ ਜਾਣੀ, ਦੂਜਿਆਂ ਨੇ ਤੁਹਾਡੀ ਸੇਵਾ ਕਰ ਜਾਣੀ, ਕਿਉਂਕਿ ਤੁਹਾਡੇ ਭਾਗਾਂ ਸੁੱਖ ਲਿਖਿਆ ਹੋਇਆ ਹੈ।
ਜੇ ਦੁੱਖ ਲਿਖਿਆ ਤੁਹਾਡੇ ਆਪਣਿਆਂ ਨੇ ਹੀ ਤੁਹਾਨੂੰ ਸੂਲੀ ਟੰਗੀ ਰੱਖਣਾ ਹੈ। ਇਸ ਲਈ ਕਰਮ ਹੀ ਸਹੀ ਕਰੋ। ਹੁਣ ਤੱਕ ਜਿਹੜੇ ਹੋ ਗਏ ਅੱਗੇ ਤਾਂ ਕੋਈ ਐਸਾ ਕਰਮ ਨਹੀਂ ਕਰਨਾ ਜਿਹਨੂੰ ਆਪ ਹੀ ਭੋਗਣਾ ਪਵੇ। ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਉਹੀ ਮਿਲਦਾ ਹੈ ਜੋ ਤੁਸੀਂ ਕਿਸੇ ਨੂੰ ਦਿੱਤਾ ਹੈ, ਬਿਨਾਂ ਦਿੱਤਿਆਂ ਨਹੀਂ ਮਿਲਦਾ। ਤੁਸੀਂ ਸੁੱਖ ਦਿੱਤਾ ਦੂਜਿਆਂ ਨੂੰ, ਤੁਹਾਨੂੰ ਸੁੱਖ ਮਿਲੇਗਾ। ਤੁਸੀਂ ਪਿਛਲੇ ਜਨਮ ਦੁੱਖ ਦਿੱਤਾ, ਤੁਹਾਨੂੰ ਇਸ ਜਨਮ ਦੁੱਖ ਮਿਲੇਗਾ। ਤੁਸੀਂ ਪਿਛਲੇ ਜਨਮ 'ਚ ਪੁੰਨਦਾਨ ਕੀਤਾ, ਤੁਹਾਨੂੰ ਇੱਥੇ ਅਮੀਰੀ ਮਿਲੇਗੀ। ਤੁਸੀਂ ਲੁੱਟਾਂ ਖੋਹਾਂ ਕੀਤੀਆਂ ਨੇ, ਤੁਹਾਨੂੰ ਇੱਥੇ ਗਰੀਬੀ ਮਿਲੇਗੀ। ਤੁਸੀਂ ਦੁਖੀ ਕਰਦੇ ਰਹੋ ਦੂਜਿਆਂ ਨੂੰ, ਇੱਥੇ ਵੀ ਤੁਹਾਨੂੰ ਦੁੱਖ ਮਿਲੇਗਾ। ਉਹੀ ਖੁਸ਼ੀ ਮਿਲਣਾ ਹੈ ਜੋ ਅਸੀਂ ਸੰਸਾਰ ਨੂੰ ਦਿੱਤਾ ਹੈ। ਫਿਰ ਚੀਂ ਕਰੀ ਜਾਓ, ਫੀਂ ਕਰੀ ਜਾਓ, ਤਾਂ ਭੋਗਣੀ ਪੈਣੀ। ਇਹ ਤਾਂ ਹੁਣ ਭੋਗਣੀ ਪੈਣੀ। 100 ਵੇ ਜੀਆ ਆਪਣਾ ਕੀਆ, ਆਪਣਾ ਕੀਤਾ ਕਿ ਹੁਣ ਸਹਿਣ ਰਹਿ ਕੇ ਹੁਣ ਕਿਉਂ ਨਾ ਕਰਨਾ ਹੀ ਨਹੀਂ ਸੀ। ਪਰ ਨਹੀਂ, ਦੁਨੀਆ ਸੁਣ ਵੀ ਲੈਂਦੀ ਹੈ, ਫਿਰ ਮੁੜ ਕੇ ਉਹੀ ਪੁੱਠੇ ਕੰਮ ਕਰਦੀ ਰਹਿੰਦੀ। ਉਹ ਜੈਸਾ ਸੁਣਿਆ ਜੈਸਾ ਨਾ ਸੁਣਿਆ। ਜੇ ਕਿਤੇ ਲੋਕ ਗੁਰੂ ਦੀ ਗੱਲ 'ਤੇ, ਸਾਧੂਆਂ ਸੰਤਾਂ ਦੀ ਗੱਲ 'ਤੇ ਅਮਲ ਕਰ ਲੈਣ, ਇਹ ਤਾਂ ਧਰਤੀ ਸਵਰਗ ਹੋ ਜੇ ਰਾਤੇ ਰਾਤ। ਇਹ ਤਾਂ ਰਾਤੇ ਰਾਤ ਪੰਜਾਬ ਸਵਰਗ ਹੋ ਸਕਦਾ ਹੈ ਜੇ ਕਿਤੇ ਅਸੀਂ ਗੁਰੂ ਦੀ ਗੱਲ ਜਾਂ ਸਾਧੂ ਦੀ ਗੱਲ ਮੰਨ ਲਈ। ਅਸੀਂ ਆਪਣੀ ਮਰਜ਼ੀ ਕਰਦੇ ਹਾਂ, ਆਪਣੀ ਜ਼ਿੰਦਗੀ ਨੂੰ ਨਰਕ ਬਣਾ ਕੇ ਲੋਕਾਂ ਨੇ ਰੱਖ ਦਿੱਤਾ ਹੈ। ਖੈਰ, ਗੁਰੂ ਮਹਾਰਾਜ ਕਹਿੰਦੇ ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ। ਹੇ ਪਰਮਾਤਮਾ, ਤੂੰ ਤਾਂ ਮੇਰਾ ਹੈ, ਅਤੇ ਜਦੋਂ ਤੂੰ ਸਦਾ ਰਹਿਣਾ ਤਾਂ ਫਿਰ ਮੈਨੂੰ ਕਾਹਦੀ ਚਿੰਤਾ ਕਰਨ ਦੀ ਲੋੜ ਹੈ। ਭਗਤ ਇਸ ਲਈ ਚਿੰਤਾ ਨਹੀਂ ਕਰਦੇ। ਹੁਣ ਪਤਾ ਸਾਨੂੰ ਪਰਮਾਤਮਾ ਦਿੰਦਾ, ਪਰ ਖਿਆਲ ਰੱਖਣਾ ਪਰਮਾਤਮਾ ਉੱਤੋਂ ਨਹੀਂ ਸੁੱਟਦਾ। ਇਹ ਵੀ ਖਿਆਲ ਰੱਖਣਾ। ਕਿਤੇ ਤੁਸੀਂ ਸੋਚੋ ਵੀ ਪਰਮਾਤਮਾ ਉੱਤੋਂ ਕੋਈ ਸਾਡੇ ਰੋਟੀਆਂ ਕੱਪੜੇ ਸੁੱਟੇਗਾ, ਨੋ। ਉਹ ਲੋਕਾਂ ਰਾਹੀਂ ਹੀ ਸਾਨੂੰ ਦੇਵੇਗਾ, ਉਹ ਲੋਕਾਂ ਰਾਹੀਂ ਦੇਵੇਗਾ। ਜਿਵੇਂ ਇੱਕ ਸਾਧੂ ਸੀ, ਇੱਕ ਪਿੰਡ ਜਾ ਕੇ। ਬਾਹਰ ਸਾਧੂ ਪਿੰਡ ਦੇ ਵਿੱਚ ਨਹੀਂ ਰਹਿੰਦੇ, ਬਾਹਰ ਰਹਿੰਦੇ ਨੇ, ਖੇਤਾਂ 'ਚ ਰਹਿ ਰਿਹਾ। 7 ਦਿਨ ਹੋ ਗਏ, ਕਿਸੇ ਨੇ ਰੋਟੀ ਪਾਣੀ ਉਹਨੂੰ ਦਿੱਤੇ ਹੀ ਨਹੀਂ ਪਿੰਡ ਦੇ। ਉਹ ਵੀ ਪੱਕਾ ਸਾਧੂ ਸੀ, ਉਹ ਮੰਗਣ ਨਹੀਂ ਗਿਆ। ਉਹ ਵਿਸ਼ਨੂੰ ਮਹਾਰਾਜ ਦਾ ਭਗਤ ਸੀ। ਵਿਸ਼ਨੂੰ ਮਹਾਰਾਜ ਗੁੱਸਾ ਚੜਿਆ ਵੀ ਮੇਰਾ ਭਗਤ 7 ਦਿਨ ਦਾ ਭੁੱਖਾ ਬੈਠਾ ਹੈ, ਇਹ ਲੋਕ ਉਹਨੂੰ ਰੋਟੀ ਨਹੀਂ ਦਿੰਦੇ ਖਾਣ। ਉਹਨਾਂ 2 ਬੰਦੇ ਭੇਜੇ ਵਿਸ਼ਨੂੰ ਮਹਾਰਾਜ ਮਸ਼ਾਲ ਦੇ ਕੇ ਕਿ ਜਾਓ ਲੀਲਾਪੁਰ ਪਿੰਡ ਜਿਹੜਾ ਹੈ ਉਹਨੂੰ ਸਾਰਿਆਂ ਨੂੰ ਸੜ ਦਿਓ। ਆ ਰਿਹਾ ਮਸ਼ਾਲਾ ਲੈ ਕੇ। ਉਹ ਰਾਹ 'ਚ ਉਹੀ ਸਾਧੂ ਬੈਠੇ। ਸਾਧੂ ਨੂੰ ਪਤਾ ਲੱਗ ਗਿਆ ਵੀ ਇਹ ਪਿੰਡ ਸਾੜਨ ਚੱਲੇ। ਕਹਿੰਦੇ ਵੀ ਤੁਸੀਂ ਕਿੱਥੇ ਚੱਲੇ ਹੋ? ਕਹਿੰਦੇ ਜੀ ਵਿਸ਼ਨੂੰ ਮਹਾਰਾਜ ਸਾਨੂੰ ਭੇਜਿਆ ਕਿ ਇਹ ਪਿੰਡ ਵਾਲੇ ਤੁਹਾਡੀ ਕੋਈ ਸੇਵਾ ਨਹੀਂ ਕਰਦੇ, ਤੁਹਾਨੂੰ 7 ਦਿਨ ਹੋ ਗਏ ਭੁੱਖਿਆਂ ਬੈਠੇ। ਉਹਨਾਂ ਨੇ ਸਾਨੂੰ ਕਿਹਾ ਪਿੰਡ ਫੂਕਿਓ। ਕਹਿੰਦੇ ਅੱਛਾ, ਇੱਕ ਮਸ਼ਾਲ ਮੈਨੂੰ ਦੇ ਦਿਓ। ਉਹਨਾਂ ਸੋਚਿਆ ਚੱਲ ਮੌਜੇ ਵੀ ਨਾਲ ਰਲ ਗਿਆ। ਜਦੋਂ ਮਸ਼ਾਲ ਹੱਥ 'ਚ ਫੜ ਲਈ, ਕਿ ਸੁਣੋ ਏ, ਜੇ ਪਿੰਡ ਫੂਕਿਆ ਨਾ ਮੈਂ ਤੁਹਾਨੂੰ ਫੂਕ ਦੇਣਾ। ਕਹਿੰਦਾ ਯਾਰ ਤੂੰ ਕਮਾਲ ਦਾ ਬੰਦਾ। ਕਹਿੰਦਾ ਜਾ ਕੇ ਵਿਸ਼ਨੂੰ ਮਹਾਰਾਜ ਨੂੰ ਕਹਿ ਦਿਓ ਬਈ ਮੈਂ ਪਿੰਡ ਵਾਲਿਆਂ ਲਈ ਭਗਤੀ ਨਹੀਂ ਕਰਦਾ, ਮੈਂ ਤਾਂ ਭਗਤੀ ਤੇਰੀ ਕਰਦਾ। ਰੋਟੀ ਪਾਣੀ ਦੇਣ ਦਾ ਕੰਮ ਤੇਰਾ ਹੈ। ਜੇ ਤਾਂ ਮੈਂ ਇਹਨਾਂ ਦੀ ਭਗਤੀ ਕਰਦਾ ਵਾ ਫਿਰ ਤਾਂ ਹੈ ਵੀ ਠੀਕ ਹੈ ਭਾਈ, ਮੈਂ ਤੁਹਾਡੇ ਲਈ ਕਰਦਾ, ਤੁਸੀਂ ਮੈਨੂੰ ਰੋਟੀ ਪਾਣੀ ਦਿਓ। ਮੈਂ ਤਾਂ ਇਹਨਾਂ ਲਈ ਕਰ ਹੀ ਕੁਛ ਨਹੀਂ ਰਿਹਾ, ਮੈਂ ਤਾਂ ਵਿਸ਼ਨੂੰ ਮਹਾਰਾਜ ਲਈ ਕਰ ਰਿਹਾ। ਹੁਣ ਕਹਾ ਜੇ ਲੈ ਵਾਪਸ ਚਲੇ ਜਾਓ, ਖਬਰਦਾਰ ਪਿੰਡ ਨੂੰ ਫੂਕਿਆ। ਉਹਨੇ ਜਾ ਕੇ ਕਹਿਤਾ, ਕਹਿੰਦੇ ਹਾਂ ਅਸਲ ਉਹ ਮੇਰਾ ਭਗਤ ਹੈ ਜਿਹੜਾ ਮੇਰੇ 'ਤੇ ਨਿਰਭਰ ਹੈ। ਉਹ ਫਿਰ ਵਿਸ਼ਨੂੰ ਮਹਾਰਾਜ ਪਿੰਡ ਵਾਲੇ ਦੀ ਘੁੰਡੀ ਜੀ ਮਰੋੜਤੀ ਰਾਤੇ ਰਾਤ। ਸਵੇਰੇ ਖੀਰਾ ਆ ਰਹੀ ਹੈ, ਪਰੌਂਠੇ ਆ ਰਹੇ ਨੇ, ਸਭ ਕੁਛ ਆ ਰਿਹਾ। ਮੇਰੇ ਕਹਿਣ ਦਾ ਮਤਲਬ ਵਿਸ਼ਨੂੰ ਮਹਾਰਾਜ ਨੇ ਉੱਤੋਂ ਨਹੀਂ ਪਰੌਂਠੇ ਸੁੱਟੇ, ਉੱਤੋਂ ਖੀਰ ਨਹੀਂ ਸੁੱਟੀ ਕਿਤੇ ਤੁਸੀਂ ਕਹੋ। ਹੁਣ ਤਾਂ ਵਿਧ ਬਣਾਉਣੀ ਹੁੰਦੀ, ਆਪਣੇ ਭਗਤ ਦੀ ਉਹਨੇ ਸੇਵਾ ਕਰਾਉਣੀ ਹੈ, ਉਸ ਤਰ੍ਹਾਂ ਦੀ ਉਹ ਵਿਚਾਰ ਉਹਨਾਂ ਦੇ ਪੈਦਾ ਕਰ ਦਿੰਦਾ ਹੈ। ਐਂ ਸੰਤ ਅਤਰ ਸਿੰਘ ਜੀ ਮਹਾਰਾਜ
ਪੈਦਲ ਚਲਦੇ ਚਲਦੇ ਹਜ਼ੂਰ ਸਾਹਿਬ ਚਲੇ ਗਏ। ਉਹ ਵੀ ਕਹਿੰਦੇ ਵੀ ਜੋ ਮੇਰੇ ਭਾਗਾਂ 'ਚ ਹੈ ਬਸ ਮੈਨੂੰ ਮਿਲੇਗਾ। ਗੋਦਾਵਰੀ ਨਦੀ ਦੇ ਵਿੱਚ ਬਹਿ ਗਏ ਨੇ, ਗਲ ਗਲ ਪਾਣੀ ਤੱਕ। 1 ਦਿਨ 2 ਦਿਨ 3 ਦਿਨ ਹੋ ਗਏ ਵਿੱਚੇ ਬੈਠਿਆਂ ਹੋਇਆਂ ਨੂੰ, ਨਾ ਕੋਈ ਰੋਟੀ ਨਾ ਕੋਈ ਪਾਣੀ, ਕੁਛ ਨਹੀਂ। ਦਸਮ ਪਾਤਸ਼ਾਹ ਉਦੋਂ ਭਾਈ ਨਾਨੂ ਜੀ ਹੈੱਡ ਗ੍ਰੰਥੀ ਹੋਇਆ ਕਦੇ ਜੀ, ਭਾਈ ਨਾਨੂ ਜੀ ਨੂੰ ਦਸਮ ਪਾਤਸ਼ਾਹ ਸੁਪਨੇ 'ਚ ਮਿਲੇ। ਕਹਿੰਦੇ ਇੱਕ ਸਾਡਾ ਸਿੱਖ ਗੋਦਾਵਰੀ ਨਦੀ 'ਚ ਬੈਠਾ, ਉਹ 3 ਦਿਨਾਂ ਤੋਂ ਭੁੱਖਾ, ਜਾ ਉਹਨੂੰ ਰੋਟੀ ਖਵਾ ਕੇ ਆ। ਚਲੋ ਸਵੇਰੇ ਚੜ੍ਹੇ, ਸਵੇਰੇ ਉੱਠਿਆ, ਲੰਗਰ ਤਿਆਰ ਕਰਵਾਇਆ ਹੈ, ਲੈ ਕੇ ਚੱਲ ਪਿਆ। ਕਿਤੇ ਕੋਈ 2-3 ਮੀਲਾਂ ਤੱਕ ਗਿਆ, ਇੱਧਰ ਵੀ ਉੱਧਰ ਵੀ, ਕੋਈ ਬੰਦਾ ਨਹੀਂ ਮਿਲਿਆ, ਵਾਪਸ ਆ ਗਿਆ। ਰਾਤ ਨੂੰ ਫਿਰ ਦਸਮ ਪਾਤਸ਼ਾਹ ਕਹਿੰਦਾ ਤੂੰ ਉਹਨੂੰ ਰੋਟੀ ਨਹੀਂ ਖਵਾ ਕੇ ਸਾਡੇ ਬੰਦੇ ਨੂੰ? ਕਹਿੰਦੇ ਮੈਨੂੰ ਤਾਂ ਕਿਤੇ ਉਹ ਦਿਸੇ ਹੀ ਨਹੀਂ। ਕਹਿੰਦੇ ਉਹਦਾ ਸਿਰ ਦਿਸੇਗਾ, ਬਾਕੀ ਸਾਰਾ ਪਾਣੀ 'ਚ ਬੈਠਾ, ਉਹ ਇਕੱਲਾ ਸਿਰ ਦਿਸੇਗਾ। ਉਹਦਾ ਨਾਂ ਅਤਰ ਸਿੰਘ ਹੈ। ਜੇ ਤੂੰ ਸਿਰ ਦੇ ਆਵਾਜ਼ ਮਾਰੀ ਅਤਰ ਸਿੰਘ ਜੀ ਬਾਹਰ ਆਓ, ਉਹ ਬੜੇ ਧਿਆਨ ਨਾਲ ਵੇਖੀ ਗਏ, ਉਹਨੂੰ ਦਿਸੇ ਵੀ ਕਿ ਉਹ ਸਿਰ ਜਿਹਾ ਦਿਸ ਰਿਹਾ। ਉਹਨੇ ਖਲੋ ਵਾਇਸ ਵੀ ਅਤਰ ਸਿੰਘ ਜੀ, ਦਸਮ ਪਾਤਸ਼ਾਹ ਨੇ ਤੁਹਾਡੇ ਲਈ ਲੰਗਰ ਭੇਜਿਆ, ਆਓ ਛਕੋ। ਅਤੇ ਸੰਤ ਅਤਰ ਸਿੰਘ ਜੀ ਬਾਹਰ ਆ ਗਏ ਅਤੇ ਲੰਗਰ ਛਕੇ। ਜਿਹੜੇ ਉਹਦੇ 'ਤੇ ਨਿਰਭਰ ਕਰਦੇ ਨਾ, ਉਹਨੂੰ ਫਿਰ ਚਿੰਤਾ ਹੁੰਦੀ ਹੈ। ਜਿਹੜੇ ਪਰਮਾਤਮਾ 'ਤੇ ਨਿਰਭਰ ਕਰਦੇ ਨੇ, ਪਰਮਾਤਮਾ ਨੂੰ ਆਪਣੇ ਭਗਤ ਦੀ ਫਿਰ ਚਿੰਤਾ ਹੁੰਦੀ। ਜਿੱਥੇ ਵੀ ਭਗਤ ਹੁੰਦਾ ਉੱਥੇ ਉਹਦਾ ਭੋਜਨ ਸਭ ਕੁਝ ਪਹੁੰਚਾਉਂਦਾ ਹੈ। ਇਸ ਲਈ ਕਹਿੰਦੇ ਪ੍ਰਭ ਅਬਨਾਸ਼ੀ ਤਾਂ ਕਿਆ ਕਾੜਾ। ਜਦੋਂ ਮੇਰਾ ਪਰਮਾਤਮਾ ਸਦਾ ਰਹਿਣ ਵਾਲਾ, ਤਾਂ ਮੈਨੂੰ ਕਹਿੰਦੇ ਕਾਹਦੀ ਚਿੰਤਾ। ਚਿੰਤਾ ਤਾਂ ਹੁੰਦੀ ਵੀ ਕੱਲ੍ਹ ਨੂੰ ਅੱਜ ਰੋਟੀ ਆ ਰਹੀ, ਕੱਲ੍ਹ ਨੂੰ ਕਿਤੇ ਮਾਰੀ ਨਾ ਜੇ ਰੋਟੀ ਦੇਣ ਵਾਲਾ ਹੈ। ਜਿਵੇਂ ਆਪਣਾ ਬੱਚਾ ਮਰ ਜੇ ਤਾਂ ਆਪਣੀ ਚਿੰਤਾ ਉਹਦੀ ਹੁਣ ਸਾਡੀ ਕੌਣ ਬੁਢਾਪੇ ਸੇਵਾ ਕਰੇਗਾ। ਇੱਕੋ ਹੀ ਬੱਚਾ ਆਵੇ ਤਾਂ ਉਹ ਵੀ ਜਾਏ ਮਾਰੇ, ਅਤੇ ਮਾਂ ਪਿਓ ਨੂੰ ਚਿੰਤਾ ਵੀ ਹੁਣ ਔਲਾਦ ਨਹੀਂ ਸੇਵਾ ਕਰਨੀ ਮਾਂ ਪਿਓ ਦੀ, ਵੀ ਹੁਣ ਸਾਡੀ ਬੁਢਾਪੇ ਸੇਵਾ ਕੌਣ ਕਰੇਗਾ। ਚਿੰਤਾ ਲੱਗੀ ਰਹਿੰਦੀ ਹੈ। ਪਰ ਜਿਹਨੂੰ ਧਰਮ ਦਾ ਪੂਰਾ ਗਿਆਨ ਹੈ ਉਹ ਨਿਸ਼ਚਿੰਤ ਰਹਿੰਦਾ ਹੈ। ਉਹ ਕਹਿੰਦਾ ਜਿਹਦੀ ਮੈਂ ਭਗਤੀ ਕਰ ਰਿਹਾ ਉਹਨੂੰ ਚਿੰਤਾ ਹੈ ਮੇਰੀ ਸੇਵਾ ਦੀ, ਬਸ ਇਸ ਲਈ ਉਹ ਨਹੀਂ ਚਿੰਤਾ ਕਰਦਾ ਵੀ ਕੱਲ੍ਹ ਨੂੰ ਕੀ ਹੋਏਗਾ, ਉਹ ਨਹੀਂ ਕਰਦਾ। ਅਸੀਂ ਸਾਡੇ ਬੱਚਿਆਂ ਨੂੰ ਹੋਇਆ 50 ਸਾਲ ਦੇ ਅਸੀਂ ਹੋ ਗਏ, ਕਿਸੇ ਨੇ ਸੰਤ ਸੁਖਦੇਵ ਸਿੰਘ ਮਹਾਰਾਜ ਦੱਸਤਾ ਵੀ ਇਹ ਤੁਹਾਡੇ ਕੋਲ ਲਿਆਉਂਦਾ ਜੈਮਲ ਸਿੰਘ, ਲੋਕਾਂ ਨੂੰ ਵੀ ਇਹਨਾਂ ਦੇ ਬੱਚਾ ਹੋਵੇ, ਇਹਨਾਂ ਦੇ ਆਪਣੇ ਹੀ ਨਹੀਂ ਹੈਗਾ। ਉਹ ਬੜੇ ਹੈਰਾਨ ਹੋਏ। ਫਿਰ ਜੇ ਮਿਲ ਗਿਆ, ਕਹਿੰਦੇ ਮੈਨੂੰ ਮਾਸਟਰ ਜੀ ਕਹਿੰਦੇ ਮਾਸਟਰ ਜੀ ਤੁਸੀਂ ਇਹ ਦੱਸਿਆ ਹੀ ਨਹੀਂ ਹੈ ਵੀ ਸਾਡੇ ਬੱਚਾ ਨਹੀਂ ਹੈ ਜੀ। ਮੈਂ ਜੀ ਸਾਨੂੰ ਨਹੀਂ ਬੱਚਾ ਚਾਹੀਦਾ, ਕਿ ਮੈਂ ਸੋਚਿਆ 50 ਸਾਲ ਦੀ ਉਮਰ ਹੋ ਗਈ ਹੈ, ਮੰਨ ਲਓ ਮਹਾਂਪੁਰਖ ਬਖਸ਼ਿਸ਼ ਕਰ ਵੀ ਦੇਣ, ਅਤੇ ਇਹ ਤਾਂ ਜੁਆੜ ਜਦੋਂ ਬੱਚਾ ਹੋਇਆ ਤਾਂ ਅਸੀਂ ਤਾਂ ਉਦੋਂ 75 ਸਾਲ ਦੀ ਉਮਰ ਸਾਡੀ ਹੋ ਜਾਏਗੀ, ਅਸੀਂ ਉਦੋਂ ਤੱਕ ਪਤਾ ਨਹੀਂ ਜਿਉਣਾ ਕਿ ਨਹੀਂ ਜਿਉਣਾ, ਇਹਨੂੰ ਕੌਣ ਪਾਲੇਗਾ। ਮੈਂ ਕਿਹਾ ਸਾਨੂੰ ਨਹੀਂ ਬੱਚਾ ਚਾਹੀਦਾ। ਕਹਿੰਦੇ ਨਹੀਂ ਬੀਬੀਆਂ ਨੂੰ ਹੁੰਦਾ ਹੈ, ਉਹਨੂੰ ਸੱਦ ਕੇ ਲਓ। ਹਰ ਐਤਵਾਰ ਮੈਂ ਜਾਇਆ ਕਰੇ, ਅਗਲੇ ਐਤਵਾਰ ਮੈਂ ਮਿਸਿਸ ਨੂੰ ਲੈ ਗਿਆ। ਹਾਂ ਬੀਬਾ ਮੈਨੂੰ ਪਤਾ ਲੱਗਿਆ ਤੁਹਾਡੇ ਘਰ ਬੱਚਾ ਨਹੀਂ ਹੈ, ਅਸੀਂ ਗੁਰੂ ਨਾਨਕ ਦੇਵ ਤੋਂ ਸਪੈਸ਼ਲ ਤੁਹਾਨੂੰ ਲੈ ਕੇ ਦੇ ਦਿੰਦੇ ਹਾਂ। ਉਹ ਕਹਿੰਦਾ ਨਾ ਜੀ ਸਾਨੂੰ ਨਹੀਂ ਬੱਚਾ ਚਾਹੀਦਾ। ਨਹੀਂ ਭਾਈ ਬੱਚਾ ਦੀ ਗ੍ਰਸਤੀ ਹੋ, ਬੱਚਾ ਤਾਂ ਚਾਹੀਦਾ। ਅਗਲੇ ਐਤਵਾਰ ਵਿਚਾਰ ਕਰਕੇ ਆਇਆ। ਅਸੀਂ ਅਗਲੇ ਐਤਵਾਰ ਫਿਰ ਚਲੇ ਗਏ। ਹਾਂ ਭਾਈ ਕੀ ਸਲਾਹ ਕੀਤੀ ਹੈ? ਮਿਸਿਸ ਕਹਿੰਦੀ ਜੀ ਸਾਨੂੰ ਨਹੀਂ ਬੱਚਾ ਚਾਹੀਦਾ। ਨਹੀਂ ਭਾਈ ਗ੍ਰਸਤੀ ਹੁੰਦੇ ਨੇ, ਗ੍ਰਸਤੀਆਂ ਨੂੰ ਤਾਂ ਫਿਰ ਬੱਚਾ ਚਾਹੀਦਾ ਹੁੰਦਾ ਅਤੇ ਤੁਸੀਂ ਫਿਰ ਵਿਚਾਰ ਕਰ ਲਿਓ, ਅਗਲੇ ਹਫ਼ਤੇ ਫਿਰ ਆਓ। ਅਸੀਂ 4 ਐਤਵਾਰ ਜਾਂਦੇ ਰਹੇ, 4 ਐਤਵਾਰ ਹੀ ਅਸੀਂ ਨਾ ਕਰਤੀ ਉਹਨਾਂ ਨੂੰ ਵੀ ਸਾਨੂੰ ਨਹੀਂ ਬੱਚਾ ਚਾਹੀਦਾ। ਉਹ ਕਹਿੰਦੇ ਨੇੜੇ ਆਓ। ਅਸੀਂ ਚੌਂਕੜੀ ਮਾਰ ਕੇ ਉਹਨਾਂ ਦੇ ਕੋਲ ਬਹਿ ਗਏ। ਸਾਡੇ ਦੋਨਾਂ ਦੇ ਇੱਕ ਸਿਰ 'ਤੇ ਉਹਨਾਂ ਨੇ ਇੱਕ ਹੱਥ ਰੱਖਤਾ, ਬੜੀ ਖੁਸ਼ੀ ਪ੍ਰਗਟ ਕੀਤੀ। ਕਹਿੰਦੇ ਜਿਹੜੀ ਤੁਹਾਡੀ ਸੰਗਤ ਹੈ ਨਾ, ਇਹ ਤੁਹਾਡੀ ਸੇਵਾ ਕਰੇਗੀ, ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਸੰਗਤ ਤੁਹਾਡੀ ਸੇਵਾ ਕਰੇਗੀ, ਆਪਣਾ ਭਜਨ ਬੰਦਗੀ ਡਟ ਕੇ ਕਰਦੇ ਰਹੋ। ਅਤੇ ਆਸਾ ਸਿੰਘਾਂ ਨੂੰ ਪਤਾ ਹੈ ਮੇਰੀ ਮਿਸਿਸ 3 ਸਾਲ ਬੈੱਡ 'ਤੇ ਰਹੀ ਹੈ,
ਸਵੇਰੇ ਦੁਪਹਿਰੇ ਸ਼ਾਮ ਸੰਗਤ ਦੀ ਸੇਵਾ ਕਰਦੀ ਰਹੀ। ਉਹਨਾਂ ਨੇ ਇੰਨੀ ਸੇਵਾ ਆਪਣੇ ਪਰਿਵਾਰ ਦੇ ਜੀਆਂ ਦੀ ਨਹੀਂ ਕੀਤੀ ਹੋਣੀ ਜਿੰਨੀ ਮੇਰੀ ਮਿਸਿਸ ਦੀ ਉਹਨਾਂ ਨੇ ਕਰਤੀ ਸੇਵਾ। ਕਿਉਂਕਿ ਜਦੋਂ ਅਸੀਂ ਦੂਸਰੇ ਲਈ ਜ਼ਿੰਦਗੀ ਲਾਉਣੇ ਹਾਂ ਤਾਂ ਫਿਰ ਦੂਸਰੇ ਵੀ ਸਾਡੇ ਲਈ ਲਾਉਂਦੇ ਨੇ। ਜੇ ਅਸੀਂ ਕਿਸੇ ਲਈ ਕੁਛ ਕਰਾਂਗੇ ਹੀ ਨਹੀਂ ਤਾਂ ਕਿਸੇ ਨੂੰ ਕੀ ਲੋੜ ਹੈ ਸਾਡੇ ਲਈ ਕੁਛ ਕਰਦਾ। ਫਿਰ ਜੋ ਅਸੀਂ ਕਿਸੇ ਨੂੰ ਦਿੰਦੇ ਹਾਂ ਉਹੀ ਸਾਨੂੰ ਮਿਲਦਾ ਹੈਗਾ। ਇਸ ਲਈ ਭਜਨ ਬੰਦਗੀ ਕਰਦੇ ਰਹੀਦਾ ਹੁੰਦਾ, ਚਿੰਤਾ ਨਹੀਂ ਕਰੀਦੀ ਹੁੰਦੀ ਬੁਢਾਪੇ ਸਾਨੂੰ ਕੌਣ ਪਾਲੇਗਾ, ਇਹ ਹੋਏਗਾ ਉਹ ਹੋਏਗਾ। ਭਜਨ ਬੰਦਗੀ ਕਰਦੇ ਰਹੋ। ਜਿਹਦੀ ਤੁਸੀਂ ਭਜਨ ਬੰਦਗੀ ਕਰਦੇ ਹੋ ਉਹ ਆਪੇ ਤੁਹਾਨੂੰ ਪਾਲੇਗਾ, ਕਿਸੇ ਤਰੀਕੇ ਨਾਲ ਪਾਲੇ। ਪਰਮਾਤਮਾ ਨੇ ਸਿੱਧਾ ਤਾਂ ਸਾਨੂੰ ਪਾਲਣਾ ਨਹੀਂ ਹੁੰਦਾ, ਉਹ ਮਨੁੱਖਾਂ ਦੇ ਵਿੱਚ ਹੀ ਬੈਠ ਕੇ ਪਾਲਦਾ ਹੈ। ਬਸ ਲੋੜ ਹੈ ਭਜਨ ਬੰਦਗੀ। ਜੇ ਅਸੀਂ ਭਜਨ ਬੰਦਗੀ ਨਹੀਂ ਕਰਾਂਗੇ ਤਾਂ ਠੀਕ ਹੈ ਨਾ ਵੀ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣਾ। ਪਰਮਾਤਮਾ ਤੇ ਉਹਦੀ ਸਹਾਇਤਾ ਕਰਦਾ ਹੈ ਜਿਹੜੇ ਉਹਦਾ ਨਾਮ ਜਪਦੇ ਨੇ। ਪਰਮਾਤਮਾ ਉਹਨਾਂ ਦੇ ਕਾਰਜ ਸਵਾਰਦ ਹੈ ਜਿਹੜੇ ਉਹਦਾ ਨਾਮ ਜਪਦੇ ਨੇ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ, ਉਹਦੇ ਕਾਰਜ ਸਵਾਰਦ। ਇੱਥੋਂ ਤੱਕ ਹੈ ਜਹ ਜਹ ਕਾਜ ਕਿਰਤ ਸੇਵਕੀ ਤਹਾਂ ਤਹਾਂ ਉਠਤਾਵੈ। ਜਿੱਥੇ ਵੀ ਉਹਦੇ ਸੇਵਕ ਦਾ ਕੋਈ ਕੰਮ ਹੁੰਦਾ ਉਸ ਕੰਮ ਨੂੰ ਸਵਾਰਨ ਲਈ ਪਰਮਾਤਮਾ ਭੱਜਿਆ ਹੀ ਜਾਂਦਾ, ਧਾਵਤ ਭੱਜਿਆ ਜਾਂਦਾ। ਇਹ ਨਹੀਂ ਕੱਲ੍ਹ ਨੂੰ ਕਰਾਂਗਾ, ਹੌਲੀ ਹੌਲੀ ਜਾਂਦਾ, ਨਹੀਂ ਕਿਤੇ ਭੱਜਿਆ ਹੀ ਜਾਂਦਾ ਉਹਦੇ ਕਾਰਜ ਸਵਾਰਨ ਲਈ ਸੇਵਕ ਦਾ। ਸੇਵਕ ਦਾ ਮੂੰਹੋਂ ਕੱਢਦਾ ਪਰਮਾਤਮਾ ਨਾਲ ਦੀ ਨਾਲ ਹੀ ਪੂਰੀ ਕਰ ਦਿੰਦਾ। ਸੰਤ ਈਸ਼ਰ ਸਿੰਘ ਮਹਾਰਾਜ ਅਤੇ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਅਜੇ ਬਹੁਤੇ ਪ੍ਰਸਿੱਧ ਨਹੀਂ ਸਨ ਸੰਤ ਦੇ ਤੌਰ 'ਤੇ। ਆਪਣੇ ਢੋਲਕੀ ਛਣੇ ਵਾਜੇ ਆਪ ਹੀ ਚੱਕ ਕੇ ਲਿਜਾਇਆ ਕਦੇ ਜਿੱਥੇ ਜਾਂਦੇ ਸਨ। ਇੱਕ ਪਿੰਡ 'ਚੋਂ ਕੀਰਤਨ ਕਰਕੇ ਵਾਪਸ ਰਾਜਪੁਰੇ ਨੂੰ ਆ ਰਹੇ ਹਨ। ਗਰਮੀ ਹੋ ਗਈ, ਦੁਪਹਿਰ ਤੱਕ ਗਰਮੀ ਹੋ ਗਈ। ਉਹਦੇ ਚਾਹ ਚੂ ਨਹੀਂ ਸੀ ਪੀਆ ਕਰਦੇ। ਸੰਤ ਈਸ਼ਰ ਸਿੰਘ ਜੀ ਕਹਿੰਦੇ, ਕਿਸ਼ਨ ਸਿੰਘ ਆਪਾਂ ਹੈਗੇ ਬਿਹੰਗਮ, ਆਪਾਂ ਮਾਇਆ ਤੇ ਕੋਲ ਰੱਖਦੇ ਨਹੀਂ। ਅੱਜ ਜੇ 10 ਰੁਪਈਏ ਹੁੰਦੇ ਤਾਂ ਰਾਜਪੁਰੇ ਜਾ ਕੇ ਲੱਸੀ ਪੀਂਦੇ। ਉਹਦੇ ਲੱਸੀ ਪੀਂਦੇ, ਮਿੱਠੀ ਲੱਸੀ ਪੀਂਦੇ ਸੀ ਲੋਕ। ਚਾਹ ਹੁੰਦੀ ਨਹੀਂ ਸੋ ਰਿਵਾਜ਼ ਨਹੀਂ ਸੀ। ਚਲੋ ਜੀ, ਅਜੇ ਇਹ ਨਹੀਂ ਕਿਹਾ। ਇੱਕ ਮਗਰੋਂ ਨਿਹੰਗ ਸਿੰਘ ਭੱਜਿਆ ਆ ਰਿਹਾ ਹੈ। ਅੱਗੇ ਆ ਕੇ ਉਹਨੇ 10 ਰੁਪਈਏ ਸੰਤ ਈਸ਼ਰ ਸਿੰਘ ਮਹਾਰਾਜ ਦੇ ਚਰਨਾਂ 'ਤੇ ਮੱਥਾ ਟੇਕਿਆ। ਅਤੇ ਮਹਾਂਪੁਰਖ ਕਹਿੰਦੇ, ਭਾਈ ਇਹ ਕਾਹਦੇ? ਕਹਿੰਦਾ, ਜੀ ਮੈਂ ਸੁਖਿਆ ਸੀ ਵੀ ਜਦੋਂ ਪਹਿਲੀ ਵਾਰੀ ਮੈਨੂੰ ਸੰਤ ਈਸ਼ਰ ਸਿੰਘ ਮਹਾਰਾਜ ਦੇ ਦਰਸ਼ਨ ਹੋਣਗੇ ਮੈਂ 10 ਰੁਪਈਏ ਉਹਨਾਂ ਨੂੰ ਭੇਟ ਕਰਾਂਗਾ। ਉਸ ਜ਼ਮਾਨੇ 10 ਹੀ ਬਹੁਤ ਹੁੰਦੇ ਸਨ। ਕਹਿੰਦੇ, ਅੱਜ ਮੈਂ ਇਸ ਪਿੰਡ 'ਚੋਂ ਲੰਘ ਰਿਹਾ ਸੀ, ਮੈਨੂੰ ਪਤਾ ਲੱਗਾ ਵੀ ਇੱਥੇ ਤੁਸੀਂ ਕਥਾ ਕੀਰਤਨ ਕਰਕੇ ਜਾ ਰਹੇ ਹੋ। ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਉਹ ਜਿਹੜੇ 2 ਗੁਰੂ ਪਿਆਰੇ ਜਾ ਰਹੇ ਨੇ ਉਹਨਾਂ 'ਚ ਇੱਕ ਸੰਤ ਈਸ਼ਰ ਸਿੰਘ ਨੇ, ਇੱਕ ਉਹਦੇ ਸਾਥੀ ਨੇ। ਮੈਂ ਕਹਿੰਦਾ ਪੁੱਛਿਆ ਇਹਨਾਂ ਨੂੰ ਵੀ ਮੈਨੂੰ ਕਿਵੇਂ ਪਤਾ ਨਹੀਂ ਇਹਨਾਂ 'ਚ ਸੰਤ ਈਸ਼ਰ ਸਿੰਘ ਕਿਹੜੇ? ਕਹੇ ਜੇ ਛੋਟੀ ਉਮਰ ਦੇ ਹੋਣਗੇ ਉਹ ਹੋਣਗੇ। ਮੈਂ ਤੁਹਾਡੇ ਅੱਗੇ ਆ ਕੇ ਦੇਖਿਆ ਵੀ ਤੁਸੀਂ ਛੋਟੀ ਉਮਰ ਦੇ ਹੋ, ਇਸ ਲਈ ਆ ਲਓ 10 ਰੁਪਈਏ। ਕਹੇ ਜੇ ਮੈਂ 10 ਰੁਪਈਏ ਫੜ ਲਏ ਉਹ ਲੋਪ ਹੋ ਗਿਆ। ਮੈਂ ਕਿਹਾ, ਕਿਸ਼ਨ ਸਿੰਘ ਕੁਛ ਹੋਰ ਹੀ ਮੰਗ ਲੈਂਦੇ। ਸੋ ਭਜਨ ਬੰਦਗੀ ਕਰਨ ਵਾਲਾ ਬੰਦਾ ਜਿਉਂ ਹੀ ਮੰਗਦਾ ਪਰਮਾਤਮਾ ਨਾਲ ਦੀ ਨਾਲ ਹੀ ਉਹਦੀ ਮੰਗ ਪੂਰੀ ਕਰ ਦਿੰਦਾ ਹੈ। ਸੋ ਇਸ ਲਈ ਭਜਨ ਬੰਦਗੀ ਕਰੋ ਡਟ ਕੇ। ਜ਼ਿੰਦਗੀ ਧੱਕੇ ਧੋੜੇ ਜਿਹੇ ਖਾਣ ਦੀ ਲੋੜ ਨਹੀਂ ਹੈਗੀ। ਨਾਮ ਜਪੋ ਡਟ ਕੇ, ਸਭ ਕੁਝ ਪਰਮਾਤਮਾ ਕਰਦਾ ਰਹੇਗਾ। ਸੋ ਗੁਰੂ ਮਹਾਰਾਜ ਕਹਿੰਦੇ, ਪ੍ਰਭ ਵਿਨਾਸ਼ੀ ਤਾਂ ਕਿਆ ਕਾੜਾ। ਕਿ ਜੇ ਪਰਮਾਤਮਾ ਸਦਾ ਰਹਿਣ ਵਾਲਾ, ਕਦੇ ਮੈਨੂੰ ਕਾਹਦੀ ਚਿੰਤਾ ਹੈ। ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ। ਜਦ ਪਰਮਾਤਮਾ ਹੀ ਉਹਦਾ ਬਣ ਗਿਆ ਹੈ ਤਾਂ ਉਹਦਾ ਜਿਹੜਾ ਜਨ ਸੇਵਕ ਹੈ ਜੋ ਪਰਮਾਤਮਾ ਦਾ ਖਰਾ ਮੈਨੇ ਬਹੁਤ ਜ਼ਿਆਦਾ ਸੁਖਾਲਾ ਬਣੇ ਸੁਖੀ। ਪਰਮਾਤਮਾ ਦਾ ਜਿਹੜਾ ਸੇਵਕ ਹੈ ਕਦੇ ਉਹ ਸੁਖੀ ਰਹਿੰਦਾ ਹੈ। ਕਿਉਂਕਿ ਜੇ ਪਰਮਾਤਮਾ ਦੇ ਸੇਵਕ ਨਹੀਂ ਦੁਖੀ ਹੋਣੇ ਤਾਂ ਫਿਰ ਰੱਬ ਨੂੰ ਭਜਨ ਬੰਦਗੀ ਕੌਣ ਕਰੇਗਾ ਉਹਦੀ। ਬਾਕੀ ਦੁੱਖ ਸੁੱਖ ਤਾਂ ਜ਼ਿੰਦਗੀ 'ਚ ਆਉਂਦੇ ਨੇ। ਤੁਸੀਂ ਭਜਨ ਬੰਦਗੀ ਕਰੋ ਚਾਹੇ ਨਾ ਕਰੋ, ਦੁੱਖ ਸੁੱਖ ਤਾਂ ਆਉਣੇ ਹੀ ਆਉਣੇ ਨੇ।
ਸਾਡੇ ਗੁਰੂਆਂ ਦੇ ਜੀਵਨ 'ਚ ਆਏ, ਭਗਤਾਂ ਦੇ ਜੀਵਨ 'ਚ ਆਏ, ਸੰਤਾਂ ਮਹੰਤਾਂ ਦੇ ਜੀਵਨ 'ਚ ਆਏ। ਪਰ ਪਰਮਾਤਮਾ ਉਹਨਾਂ ਨੂੰ ਦੁੱਖ ਸਹਿਣ ਦੀ ਸਮਰੱਥਾ ਦੇ ਦਿੰਦਾ। ਉਹ ਦੁੱਖ ਨੂੰ ਦੁੱਖ ਨਹੀਂ ਸਮਝਦੇ। ਪੰਚਮ ਪਾਤਸ਼ਾਹ ਦੇ ਅੰਤਲੇ ਸਮੇਂ ਕਿਤਨਾ ਦੁੱਖ ਆਇਆ ਦੇਖੋ। ਤੱਤੀਆਂ ਤਵੀਆਂ 'ਤੇ ਉਹਨਾਂ ਨੂੰ ਬਿਠਾਇਆ ਗਿਆ, ਤੱਤਾ ਰੇਤਾ ਉਹਨਾਂ ਦੇ ਸਰੀਰ 'ਚ ਪਾਇਆ ਗਿਆ, ਪਾਣੀ 'ਚ ਉਹਨਾਂ ਨੂੰ ਉਬਾਲਿਆ ਗਿਆ, ਪਰ ਉਹਨਾਂ ਸੀ ਤੱਕ ਨਹੀਂ ਕੀਤੀ। ਕਿਉਂ? ਉਹ ਪਰਮਾਤਮਾ ਦੀ ਭਗਤੀ ਕਰਦੇ। ਪਰਮਾਤਮਾ ਨੇ ਉਹਨੂੰ ਸਮਰੱਥਾ ਦੇਤੀ ਕਿ ਤੂੰ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਸਹਿ ਸਕੇਂਗਾ। ਇਸ ਲਈ ਕਹਿੰਦੇ ਹਰ ਭਗਵੰਤ ਤਾਂ ਜਨ ਖਰਾ ਸੁਖਲ। ਜਦੋਂ ਹਰੀ ਹੀ ਭਗਵੰਤ ਬਣ ਜਾਏ ਤਾਂ ਜਿਹੜਾ ਉਹਦਾ ਸੇਵਕ ਹੈ ਫਿਰ ਬਹੁਤ ਸੁਖੀ ਹੋ ਜਾਂਦਾ। ਜੀ ਪ੍ਰਾਣ ਮਾਨ ਸੁਖ ਦਾਤਾ। ਪਰਮਾਤਮਾ ਸਾਨੂੰ ਜਿੱਦ ਦਿੰਦਾ, ਪ੍ਰਾਣ ਦਿੰਦਾ, ਮਨ ਦਿੰਦਾ ਹੈ। ਪਰਮਾਤਮਾ ਸੁੱਖਾਂ ਦਾ ਦਾਤਾ ਹੈ। ਹੇ ਪਰਮਾਤਮਾ, ਤੂੰ ਸਾਡੀ ਜਿੰਦ ਹੈ, ਤੂੰ ਸਾਡੇ ਪ੍ਰਾਣ ਹੈ, ਤੂੰ ਸਾਡਾ ਮਨ ਹੈ, ਤੂੰ ਸੁੱਖਾਂ ਦਾ ਦਾਤਾ ਹੈ। ਤੂੰ ਕਰੇ ਸੋਈ ਸੁਖ ਪਾਵਨੇ। ਅਤੇ ਜੋ ਤੂੰ ਕਰਦਾ ਮੇਰੇ ਲਈ ਉਹੀ ਸੁੱਖ ਹੈ। ਬਸ ਭਗਤ ਜਿਹੜਾ ਹੁੰਦਾ, ਪਰਮਾਤਮਾ ਜੋ ਕਰਦਾ ਉਸ ਨੂੰ ਠੀਕ ਸਮਝਦਾ। ਪਰਮਾਤਮਾ ਜੋ ਕਰ ਰਿਹਾ ਠੀਕ ਕਰ ਰਿਹਾ। ਅੱਜ ਤਾਂ ਜਿਹਦੇ ਦੁਖੀ ਹੋ ਜਾਂਦੇ ਇਸ ਕਹਿੰਦਾ ਯਾਰ ਬੜਾ ਪਰਮਾਤਮਾ ਦੁੱਖ ਦਿੱਤਾ। ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ। ਕਈਆਂ ਦੇ ਮੂੰਹ ਸਮਝਦੇ ਪਰਮਾਤਮਾ ਸਾਡੇ ਦਾ ਪਤਾ ਨਹੀਂ ਕਿਹੜੇ ਜਨਮ ਦੇ ਬਦਲੇ ਲੈ ਰਿਹਾ। ਪਰਮਾਤਮਾ ਕੋਈ ਬਦਲੇ ਨਹੀਂ ਲੈ ਰਿਹਾ। ਸਾਡੇ ਕਰਮ ਹੀ ਸਾਡੇ ਤੋਂ ਬਦਲੇ ਲੈ ਰਹੇ ਹੁੰਦੇ ਹਨ। ਸੋ ਸੋਈ ਜੋ ਤੂੰ ਕਰਦਾ ਹੈ ਪਰਮਾਤਮਾ ਸਾਡੇ ਲਈ ਤਾਂ ਉਹੀ ਸੁੱਖ ਹੈ। ਹੋਂ ਵਾਰੀ ਜੀਓ ਵਾਰੀ ਗੁਰਮੁਖ ਮਨ ਤਨ ਭਾਵਣਿਆ। ਹੋਂ ਵਾਰੀ ਜੀਓ ਵਾਰੀ। ਹੇ ਪਰਮਾਤਮਾ, ਮੈਂ ਆਪਣੀ ਜਿੰਦ ਵਾਰਦਾ ਹਾਂ। ਕਿਸ ਤੋਂ? ਗੁਰਮੁਖ ਮਨ ਤਨ ਭਾਵਨਿਆ। ਉਸ ਗੁਰਮੁਖ ਤੋਂ ਜਿਹਦੇ ਮਨ ਅਤੇ ਤਨ ਨੂੰ ਤੂੰ ਚੰਗਾ ਲੱਗਦਾ ਹੈ, ਭਾਵਨਾ ਨਾਲ ਚੰਗਾ ਲੱਗਦਾ। ਮੈਂ ਉਸ ਗੁਰਮੁਖ ਤੋਂ ਆਪਣੇ ਆਪ ਨੂੰ ਵਾਰਦਾ ਹਾਂ ਜਿਹੜਾ ਮਨ ਕਰਕੇ ਤਨ ਕਰਕੇ ਤੈਨੂੰ ਚੰਗਾ ਲੱਗਦਾ ਹੈ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ। ਓਲਾ ਲੱਲੇ ਦੇ ਪਰ 'ਚ ਹਾ ਲਾ ਕੇ ਪੜ੍ਹਨਾ। ਤੂੰ ਮੇਰਾ ਪਰਬਤ, ਤੂੰ ਮੇਰਾ ਓਲਾ, ਤੁਮ ਸੰਗ ਲਵੈ ਨ ਲਾਵੜੇ। ਹੇ ਪਰਮਾਤਮਾ, ਤੂੰ ਮੇਰੇ ਲਈ ਪਹਾੜ ਹੈ। ਕਿੱਡਾ ਵੱਡਾ ਆਸਰਾ ਹੈ। ਔਰ ਅਗਰ ਹੁਣ ਤਾਂ ਪਹਾੜ ਜਿੱਡਾ ਆਸਰਾ ਹੈ ਜੀ। ਤੂੰ ਮੇਰਾ ਓਲਾ, ਤੂੰ ਹੀ ਮੇਰੇ ਦੇ ਪਰਦੇ ਢੱਕਣ ਵਾਲੇ। ਆਪਾਂ ਦੁਸ਼ਮਣ ਤੋਂ ਓਲੇ ਹੋ ਜੇ ਬਚਾ ਜਾਂਦਾ ਕਿ ਨਹੀਂ। ਤੂੰ ਪਰਵਾਹ, ਤੂੰ ਮੇਰਾ ਓਲਾ ਹੈ। ਤੁਮ ਸੰਗ ਲਵੈ ਨ ਲਾਵੜਿਆ। ਤੇਰੇ ਬਰਾਬਰ ਦਾ ਤਾਂ ਕੋਈ ਹੈ ਹੀ ਨਹੀਂ ਹੈ। ਤੇਰੇ ਬਰਾਬਰ ਦਾ ਤਾਂ ਕੋਈ ਹੈ ਹੀ ਨਹੀਂ ਹੈ। ਤੂੰ ਤਾਂ ਮੈਨੂੰ ਪਰਬਤ ਵਾਂਗ ਹੈ। ਤੂੰ ਮੇਰਾ ਓਲਾ ਹੈ, ਤੂੰ ਮੇਰਾ ਓਟ ਆਸਰਾ ਹੈ। ਰਹਾ ਤੇਰਾ ਕੀਤਾ ਜਿਸ ਲਾਗੈ ਮੀਠਾ। ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠਾ। ਤੇਰਾ ਕੀਤਾ ਜਿਸ ਲਾਗੈ ਮੀਠਾ। ਤੇਰਾ ਕੀਤਾ ਹੈ ਜਿਹਨੂੰ ਮਿੱਠਾ ਲੱਗਦਾ। ਇੱਥੇ ਮਿੱਠਾ ਕੋਈ ਬਰਫੀ ਦੀ ਤਰ੍ਹਾਂ ਨਹੀਂ, ਪਰ ਚੰਗਾ ਲੱਗਣਾ। ਤੂੰ ਜੋ ਕਰੇ ਦੁੱਖ ਦੇ, ਸੁੱਖ ਦੇ, ਅਮੀਰੀ ਦੇ, ਗਰੀਬੀ ਦੇਵੇਂ, ਜਿਹਨੂੰ ਠੀਕ ਹੀ ਲੱਗਦਾ ਹੈ। ਜਿਹੜਾ ਕੋਈ ਗੀਲਾ ਨਹੀਂ ਕਰਦਾ ਕਿ ਮੈਨੂੰ ਦੁੱਖ ਕਿਉਂ ਦਿੱਤਾ, ਮੈਨੂੰ ਗਰੀਬੀ ਕਿਉਂ ਦਿੱਤੀ ਹੈ। ਭਗਤ ਤਰਲੋਚਨ ਭਗਤੀ ਕਰਦੇ ਨੇ, ਪੰਡਿਤ ਨੇ, ਗਰੀਬ ਨੇ। ਉਹਦੀ ਘਰ ਵਾਲੀ ਜਿਹੜੀ ਹੈ ਨਾਰਾਜ਼ ਹੋ ਰਹੀ ਹੈ। ਕਿਆ ਤੂੰ ਰਾਮ 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 ਟੈਨ ਟੈਨ ਲਾਈ ਹੋਈ ਹੈ। ਇਹ ਰਾਮ ਤੈਨੂੰ ਦਿੰਦਾ ਤਾਂ ਕੁਛ ਹੈ ਨਹੀਂ। ਕਈ ਵਾਰ ਤੰਗ ਆ ਜੇ ਕਬੀਰ ਸਾਹਿਬ ਦੀ ਮਾਂ ਕਹਿੰਦੀ, ਜਬ ਤੇ ਮਾਲਾ ਲਈ ਨਪੂਤੇ ਤਾਂ ਤੇ ਸੁੱਖ ਨਾ ਭਇਓ। ਕਦੇ ਇਸ ਨਪੁੱਤੇ ਨੇ ਜਦੋਂ ਦੀ ਮਾਲਾ ਫੜੀ ਸਾਡੇ ਘਰ ਤਾਂ ਸੁੱਖ ਹੀ ਨਹੀਂ ਰਿਹਾ। ਦੁਖੀ ਹੋ ਗਏ ਵਿਚਾਰੇ। ਸੋ
ਭਗਤ ਲੋਚਨ ਦੀ ਘਰ ਵਾਲੀ ਦੁਖੀ ਹੋਵੇ, ਗਰੀਬੀ ਹੈ, ਇਹ ਕਹਿੰਦਾ ਲੱਗਾ ਰਾਮ ਰਾਮ ਕਰਨ। ਉਹ ਕਹਿੰਦੇ ਭਗਤ ਨਹੀਂ ਹੈ, ਰਾਮ ਨੂੰ ਕਿਉਂ ਨਿੰਦੀ ਹੈ? ਜੇ ਗਰੀਬੀ ਹੈ ਤਾਂ ਸਾਡੇ ਆਪਣੇ ਕਰਮਾਂ ਕਾਰਨ ਹੈ। ਇਹ ਤਾਂ ਆਪਣੇ ਕਰਮਾਂ ਕਾਰਨ ਗਰੀਬੀ ਹੈ, ਇਹ 'ਚ ਭਗਵਾਨ ਦਾ ਕੀ ਕਸੂਰ ਹੈ? ਉਹਨੂੰ ਕਿਉਂ ਨਿੰਦੇ? ਇਸ ਲਈ ਕਹਿੰਦੇ ਭਗਤ ਭਜਨ ਬੰਦਗੀ ਕਰਦੇ ਰਹੀਏ। ਗਰੀਬੀ ਤੇ ਪਿਛਲੇ ਕਰਮਾਂ ਕਾਰਨ ਮਿਲੀ ਹੈ। ਹਾਂ, ਹੁਣ ਭਜਨ ਬੰਦਗੀ ਕਰਦੇ ਰਹੋ, ਕਰਦੇ ਰਹੋ, ਕਰਦੇ ਰਹੋ, ਕਰਦੇ, ਇੱਕ ਸਮਾਂ ਆਵੇਗਾ ਗਰੀਬੀ ਦੂਰ ਹੋ ਜਾਏਗੀ। ਔਰ ਉੱਥੇ ਕੀ ਹੈ? ਸੋਚਣ ਨਾਲ, ਚਿੰਤਾ ਕਰ ਰਿਹਾ, ਗਰੀਬੀ ਦੂਰ ਨਹੀਂ ਹੋਏਗੀ, ਕਿਉਂਕਿ ਕਰਮ ਹੀ ਐਸੇ ਕੀਤੇ ਜਿਸ ਕਾਰਨ ਗਰੀਬੀ ਮਿਲ ਗਈ। ਹੁਣ ਉਹਨਾਂ ਕਰਮਾਂ ਨੂੰ ਕੱਟਣਾ। ਜਿੰਨਾ ਚਿਰ ਕਰਮ ਨਹੀਂ ਕੱਟਦੇ, ਗਰੀਬੀ ਦੂਰ ਨਹੀਂ ਹੁੰਦੀ। ਜੇ ਆਪਣੇ ਹੀ ਯਤਨਾਂ ਨਾਲ ਗਰੀਬੀ ਦੂਰ ਹੁੰਦੀ ਤਾਂ ਹਿੰਦੁਸਤਾਨ 'ਚ ਕੋਈ ਗਰੀਬ ਰਹਿੰਦਾ ਹੀ ਨਾ, ਰਹਿੰਦੇ ਹੀ ਨਾ। ਵਿਚਾਰੇ ਕਿੱਥੇ ਬਿਹਾਰ ਹੈ, ਯੂਪੀ ਹੈ, ਹੋਰ ਮੱਧ ਪ੍ਰਦੇਸ਼, ਹੋਰ ਸਟੇਟਾਂ ਦੇ ਪੰਜਾਬ 'ਚ ਆਉਂਦੇ ਨੇ, ਮਜ਼ਦੂਰ ਆਉਂਦੇ, ਆਪਣੀ ਗਰੀਬੀ ਦੂਰ ਕਰ ਲਏ। ਪਰ ਕੋਈ ਨਹੀਂ ਗਰੀਬੀ ਦੂਰ ਦੇ, ਇੱਥੇ ਪੰਜਾਬ 'ਚ ਰੋਟੀ ਚੱਜਦੀ ਖਾ ਲੈਂਦੇ ਨੇ, ਪਰ ਰਹਿੰਦੇ ਤਾਂ ਉਹੀ ਘਟੀਆ ਥਾਵਾਂ 'ਤੇ ਨੇ ਵਿਚਾਰੇ। ਉਹ ਜਿਹਦੇ ਭਈਏ ਰਹਿੰਦੇ, ਦੇਖ ਲਓ ਜਾ ਕੇ, ਕੋਈ ਸਹੂਲਤਾਂ ਨਹੀਂ, ਗੱਲ ਨਹੀਂ, ਕੋਈ ਬਾਤ ਨਹੀਂ ਹੁੰਦੀ। ਨਾਮ ਜਪੀ ਜਾਓ। ਨਾਮ ਨੇ ਫਿਰ ਕੀ ਕਰਨਾ? ਬਾਣੀ ਪੜ੍ਹੋ। ਨਾਮ ਨੇ ਕੀ ਕਰਨਾ? ਸਾਡੇ ਕਰਮਾਂ ਨੂੰ ਕੱਟ ਦੇਣਾ ਹੈ। ਜਿਸ ਕਾਰਨ ਗਰੀਬੀ ਮਿਲੀ ਸੀ, ਜਦੋਂ ਕਰਮ ਹੀ ਕੱਟ ਗਿਆ ਤਾਂ ਗਰੀਬੀ ਆਪਣੇ ਆਪ ਹੀ ਦੂਰ ਹੋ ਜਾਵੇਗੀ। ਹੋਰ ਕੋਈ ਢੰਗ ਤਰੀਕਾ ਹੀ ਨਹੀਂ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਤੇਰਾ ਕੀਤਾ ਜਿਸ ਲਾਗੈ ਮੀਠਾ। ਇਹ ਪਰ ਤੇਰਾ ਕੀਤਾ ਜਿਹਨੂੰ ਚੰਗਾ ਲੱਗਦਾ ਨਾ, ਘਟ ਘਟ ਪਾਰ ਬ੍ਰਹਮ ਤਿੰਨ ਜਨ ਡੀਠ। ਉਹ ਵਿਅਕਤੀ ਫਿਰ ਹਰ ਇੱਕ ਸਰੀਰ ਦੇ ਵਿੱਚ ਪਰਮਾਤਮਾ ਨੂੰ ਵੇਖ ਲੈਂਦਾ ਹੈ, ਵੀ ਪਰਮਾਤਮਾ ਹਰ ਇੱਕ ਸਰੀਰ ਦੇ ਵਿੱਚ ਬੈਠਾ ਹੋਇਆ ਹੈ। ਜਦੋਂ ਉਹਨਾਂ ਦੇ ਹਰ ਸਰੀਰ 'ਚ ਪਰਮਾਤਮਾ ਬੈਠਾ, ਉਹ ਕਿਸੇ ਨਾਲ ਮਾੜਾ ਵਿਹਾਰ ਹੀ ਨਹੀਂ ਕਰਦਾ। ਉਹ ਫਿਰ ਕਿਸੇ ਨਾਲ ਮਾੜਾ ਵਿਹਾਰ ਹੀ ਨਹੀਂ ਕਰਦਾ। ਥਾਨ ਥਨੰਤਰ ਤੂੰ ਹੈ, ਤੂੰ ਹੈ। ਤੂੰ ਤੋਂ ਬਾਅਦ ਹੈ ਨਹੀਂ ਹੁੰਦਾ, ਹੈ ਪੜ੍ਹਨ ਨੂੰ। ਤੂੰ ਜਾਂਦਾ ਹੈ, ਤੂੰ ਰੋਟੀ ਖਾਂਦਾ ਹੈ। ਥਾਨ ਥਨੰਤਰ ਤੂੰ ਹੈ, ਤੂੰ ਹੈ। ਇੱਕੋ ਇੱਕ ਵਰਤਾਵਨੇ। ਥਾਨ ਥਨੰਤਰ ਸਭ ਥਾਵਾਂ 'ਤੇ, ਇੱਕ ਥਾਂ ਤੋਂ ਦੂਜੀ ਥਾਂ ਦੇ ਵਿੱਚ ਜਿਹੜਾ ਅੰਤਰ ਹੈ, ਹੁਣ ਥਾਨ ਥਨੰਤਰ ਭਾਵ ਸਭ ਥਾਵਾਂ 'ਤੇ ਤੂੰ ਹੀ ਹੈ। ਇਹ ਪ੍ਰਭੂ ਸਭ ਥਾਵਾਂ 'ਤੇ ਤੂੰ ਹੀ ਵਸਦਾ ਹੈ। ਇੱਕੋ ਇੱਕ ਵਰਤਾਵਨਾ, ਤੂੰ ਇਕੱਲਾ ਹੀ ਸਭ ਥਾਵਾਂ 'ਤੇ ਵਸਦਾ ਹੈ। ਇਕੱਲਾ ਹੀ ਪਰਮਾਤਮਾ ਸਾਰੇ ਦੇ ਵਿੱਚ ਵਸਦਾ ਹੈ, ਸਾਰੀਆਂ ਥਾਵਾਂ 'ਤੇ ਵਸਦਾ ਹੈ। ਜਿਵੇਂ ਇੱਕ ਵਾਰੀ ਗੋਪੀਆਂ ਆਪਸ 'ਚ ਗੱਲਾਂ ਕਰ ਰਹੀਆਂ ਨੇ। ਉਹ ਕ੍ਰਿਸ਼ਨ ਮਹਾਰਾਜ ਨੂੰ ਪਿਆਰ ਕਰਦੀਆਂ ਸਨ। ਇੱਕ ਕਹਿੰਦੇ ਸ਼ਾਮ ਨੂੰ 6 ਵਜੇ ਰੋਜ਼ ਕ੍ਰਿਸ਼ਨ ਮਹਾਰਾਜ ਮੈਨੂੰ ਮਿਲਣ ਆਉਂਦੇ। ਦੂਜੀ ਕਹਿੰਦੇ ਮੈਨੂੰ ਵੀ ਸ਼ਾਮ ਨੂੰ 6 ਵਜੇ ਮਿਲਣ ਆਉਂਦੇ ਨੇ। ਤੀਜੀ ਕਹਿੰਦੇ ਮੈਨੂੰ ਵੀ 6 ਵਜੇ ਮਿਲਣ ਆਉਂਦੇ ਨੇ। ਚੌਥੀ ਕਹਿੰਦੇ ਮੈਨੂੰ ਵੀ 6 ਵਜੇ ਮਿਲਣ ਆਉਂਦੇ ਨੇ। ਨਾਰਦ ਜੀ ਕਿਤੇ ਸੁਣ ਰਹੇ ਸੀ। ਉਹ ਕਹਿੰਦੇ ਹੈ ਕਿ ਵੀ ਹੋ ਸਕਦਾ ਵੀ ਇੱਕੋ ਬੰਦਾ ਇੱਕੋ ਹੀ ਸਮੇਂ ਕਈਆਂ ਨੂੰ ਮਿਲ ਸਕਦਾ ਹੋਵੇ। ਨਾਰਦ ਜੀ ਪਵਨ ਰੂਪ ਹੋ ਗਏ, ਪਰ ਦੂਜੇ ਦਿਖਾਈ ਨਹੀਂ ਦੇ ਰਹੇ। ਪਹਿਲੀ ਗੋਪੀ ਦੇ ਘਰ ਗਏ 6 ਵਜੇ, ਕ੍ਰਿਸ਼ਨ ਮਹਾਰਾਜ ਇੱਥੇ ਬੈਠੇ, ਗੋਪੀ ਦੇ ਗੱਲਾਂ ਕਰ ਰਹੇ ਨੇ। ਫਿਰ ਦੂਜੀ ਗੋਪੀ ਦੇ ਘਰ ਗਏ, ਉੱਥੇ ਵੀ ਕ੍ਰਿਸ਼ਨ ਮਹਾਰਾਜ ਬੈਠੇ ਗੱਲਾਂ ਕਰ ਰਹੇ ਨੇ। ਤੀਜੀ ਗੋਪੀ ਦੇ ਘਰ ਗਏ, ਉੱਥੇ ਵੀ ਕ੍ਰਿਸ਼ਨ ਮਹਾਰਾਜ ਬੈਠੇ ਗੱਲਾਂ ਕਰ ਰਹੇ। ਚੌਥੀ 'ਤੇ ਗਏ, ਉੱਥੇ ਕਰ ਰਹੇ। ਫਿਰ ਉਹਨੂੰ ਪਤਾ ਲੱਗਾ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹ ਇੱਕੋ ਹੀ ਸਮੇਂ ਹਜ਼ਾਰਾਂ ਥਾਵਾਂ 'ਤੇ ਪ੍ਰਗਟ ਹੋ ਸਕਦਾ ਹੈ। ਇਸ ਲਈ ਪਰਮਾਤਮਾ ਸਭ ਥਾਵਾਂ 'ਤੇ ਵਸਦਾ ਹੈ। ਕੋਈ ਐਸਾ ਸਰੀਰ ਨਹੀਂ, ਕੋਈ ਐਸੀ ਥਾਂ ਨਹੀਂ ਜਿੱਥੇ ਪਰਮਾਤਮਾ ਨਹੀਂ ਹੈ। ਸਗਲ ਮਨੋਰਥ ਤੂੰ ਦੇਵਨ ਹਾਰਾ। ਮਨੋਰਥ ਦੋ ਸ਼ਬਦ ਦਾ ਬਣਿਆ, ਮਨੋ ਅਰਥ। ਅਰਥ ਹੁੰਦਾ ਕੰਮ, ਮਨ ਦਾ ਕੰਮ, ਮਨ ਦੀ ਇੱਛਾ। ਸਗਲ ਮਨੋਰਥ ਤੂੰ ਦੇਵਨ ਹਾਰਾ। ਹੈ ਪਰਮਾਤਮਾ ਤੂੰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਤੂੰ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਭਗਤੀ ਭਾਏ ਭਰੇ ਭੰਡਾਰਾ। ਭਾਏ ਪਿਆਰ ਨੂੰ ਕਹਿੰਦੇ ਨੇ।
ਤੇਰੇ ਭੰਡਾਰੇ ਭਗਤੀ ਤੇ ਪਿਆਰ ਦੇ ਭਰੇ ਹੋਏ ਹਨ। ਦਇਆ ਧਾਰ ਰਾਖੇ ਤੁਧ ਸਈ, ਪੂਰੇ ਕਰਮ ਸਮਾਮਨੇ। ਕਹਿੰਦਾ ਫਿਰ ਤੂੰ ਇਹਨਾਂ ਜੀਵਾਂ 'ਤੇ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਨਾਂ 'ਤੇ ਦਇਆ ਧਾਰਦਾ, ਉਹਨਾਂ 'ਤੇ ਦਇਆ ਕਰਦਾ, ਉਹਨਾਂ ਦੀ ਹਰ ਪ੍ਰਕਾਰ ਦੀ ਰੱਖਿਆ ਕਰਦਾ। ਪੂਰੇ ਕਰਮ ਸਮਾਮਨੇ, ਤੇਰੀ ਪੂਰੀ ਬਖਸ਼ਿਸ਼ ਦੇ ਨਾਲ, ਕਰਮ ਹੁੰਦੇ ਬਖਸ਼ਿਸ਼, ਤੇਰੀ ਬਖਸ਼ਿਸ਼ ਦੇ ਨਾਲ ਉਹ ਤੇਰੇ ਭਗਤ ਤੇਰੇ ਵਿੱਚ ਹੀ ਸਮਾ ਜਾਂਦੇ ਹਨ, ਤੇਰੇ ਵਿੱਚ ਹੀ ਲੀਨ ਹੋ ਜਾਂਦੇ ਹਨ। ਕਿ ਭਗਤੀ ਕਰਦਾ ਕਰਦਾ ਬੰਦਾ ਪਰਮਾਤਮਾ ਦੇ ਨਾਲ ਹੀ ਮਿਲ ਜਾਂਦਾ ਹੈ। ਉਹਦੇ ਨਾਲ ਮਿਲਣਾ ਹੀ ਜ਼ਿੰਦਗੀ ਦਾ ਉਦੇਸ਼ ਹੈ। ਉਹਦੇ ਨਾਲ ਮਿਲਣ ਤੋਂ ਬਾਅਦ ਫਿਰ ਜੰਮਣ ਮਰਨ ਦਾ ਚੱਕਰ ਸਮਾਪਤ ਹੋ ਜਾਂਦਾ ਬੰਦੇ ਦਾ। ਸਤਿਕਾਰਯੋਗ ਸਾਥੀ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।